ਸਤਿ ਸ੍ਰੀ ਅਕਾਲ। ਤੁਸੀਂ ਦੇਖ ਰਹੇ ਹੋ ਤਖਤ ਪੰਜਾਬ। ਮੈਂ ਤੁਹਾਡੇ ਨਾਲ ਸੁਖਵਿੰਦਰ ਸਿੰਘ। ਮੇਰੇ ਨਾਲ ਉੱਘੇ ਵਿਦਵਾਨ ਡਾਕਟਰ ਪਿਆਰਾ ਲਾਲ ਗਰਗ ਮੌਜੂਦ ਨੇ। ਪੰਜਾਬ ਦੇ ਤੇ ਮੁਲਕ ਦੇ ਮੌਜੂਦਾ ਹਾਲਾਤਾਂ ਦੇ ਵਿਚਾਲੇ ਜਦੋਂ ਅਕਾਲੀ ਦਲ ਤੇ ਭਾਜਪਾ ਦੇ ਗੱਠਜੋੜ ਦੀਆਂ ਕਨਸੋਆਂ ਨੇ, ਉਹਦੇ ਉੱਤੇ ਚਰਚਾ ਕਰਾਂਗੇ। ਕਿਸ ਤਰ੍ਹਾਂ ਦੇ ਅਸਰਅੰਦਾਜ਼ ਪੰਜਾਬ ਦੀ ਜਿਹੜੀ ਲੀਡਰਸ਼ਿਪ ਤੇ ਹਿੰਦੂ ਸਿਆਸਤ ਹੈ ਉਹਨੂੰ ਲੈ ਕੇ ਪੈਣਗੇ, ਜਾਂ ਸਿੱਖ ਸਿਆਸਤ ਕਿਸ ਤਰ੍ਹਾਂ ਦੀ ਰਹੇਗੀ, ਦਲਿਤ ਭਾਈ ਵਿਚਾਲੇ ਕਿਸ ਤਰ੍ਹਾਂ ਦਾ ਜਿਹੜਾ ਰੂਪ ਰਹੇਗਾ, ਇਹਦੇ ਉੱਤੇ ਵੀ ਗੱਲਬਾਤ ਚੱਲੇਗੀ। ਤੁਸੀਂ ਨਾਲੋਂ ਨਾਲ ਇਸ ਚਰਚਾ ਨੂੰ ਲਾਈਕ, ਸ਼ੇਅਰ ਤੇ ਆਪਣੇ ਵਿਚਾਰ ਅਖੀਰ ਵਿੱਚ ਕਮੈਂਟ ਜ਼ਰੂਰ ਕਰਿਓ। ਡਾਕਟਰ ਸਾਹਿਬ, ਸਵਾਗਤ ਹੈ ਜੀ ਤੁਹਾਡਾ। ਸ਼ੁਕਰੀਆ ਜੀ, ਬਹੁਤ ਬਹੁਤ। ਡਾਕਟਰ ਸਾਹਿਬ, ਜਿਸ ਤਰੀਕੇ ਦੇ ਨਾਲ ਕੇਂਦਰੀ ਕੈਬਨਿਟ ਦੀ ਮੀਟਿੰਗ ਲਗਾਤਾਰ ਚੱਲ ਰਹੀ ਹੈ, ਹੁਣ ਫੇਰ ਸੱਦੀ ਗਈ ਹੈ ਅੱਜ। ਉਧਰੋਂ ਸੁਖਬੀਰ ਸਿੰਘ ਬਾਦਲ ਹੋਣੀ ਵਿਦੇਸ਼ ਤੋਂ ਪਰਤ ਚੁੱਕੇ ਨੇ। ਇਸ ਕਾਹਲੀ ਦੇ ਵਿਚਾਲੇ ਕਿ ਅਕਾਲੀ ਦਲ ਤੇ ਭਾਜਪਾ ਦੇ ਗੱਠਜੋੜ ਨੂੰ ਅੰਤਿਮ ਛੋਹ ਕਿੱਦਾਂ ਲੈਣੀ ਹੈ। ਵੱਖ-ਵੱਖ ਸੂਬਿਆਂ ਦੇ ਪ੍ਰਧਾਨ ਬਦਲੇ ਗਏ ਕਿਉਂਕਿ ਅਗਲੇ ਸਮੇਂ ਦੇ ਵਿੱਚ ਚੋਣਾਂ ਨੇ, ਪਰ ਪੰਜਾਬ ਦਾ ਪ੍ਰਧਾਨ ਬਦਲਣਾ ਬਹੁਤ ਅਹਿਮੀਅਤ ਰੱਖਦਾ ਹੈ, ਜੋ ਕਾਂਗਰਸ ਦੇ ਪਿਛੋਕੜ ਤੋਂ ਆਏ ਨੇ। ਹਾਲਾਂਕਿ ਅਸ਼ਵਨੀ ਸ਼ਰਮਾ ਨੇ ਕੋਈ ਵਧਾਈ ਤਾਂ ਨਹੀਂ ਦਿੱਤੀ ਟਵੀਟ ਕਰਕੇ, ਪਰ ਇਹ ਜ਼ਰੂਰ ਆਪਣੇ ਜਿਹੜੇ ਪਾਰਟੀ ਦੇ ਵਰਕਰ ਨੇ ਜਾਂ ਹੋਰ ਮੈਂਬਰ ਨੇ, ਉਹਨਾਂ ਨੂੰ ਕਿਹਾ ਕਿ ਤੁਸੀਂ ਬਹੁਤ ਸਾਥ ਦਿੱਤਾ ਕਿਸਾਨੀ ਅੰਦੋਲਨ ਦੌਰਾਨ। ਮਤਲਬ ਕਿ ਉਹਨਾਂ ਨੇ ਆਪਣਾ ਦਰਦ ਜ਼ਾਹਰ ਤਾਂ ਕਰ ਦਿੱਤਾ। ਪਰ ਕਿਸਾਨੀ ਅੰਦੋਲਨ ਤੋਂ ਬਾਅਦ ਜਿਵੇਂ ਬੀਜੇਪੀ ਪੰਜਾਬ ਦੇ ਵਿੱਚ ਲਗਾਤਾਰ ਐਕਟਿਵ ਆ, ਜਾਂ ਵੱਡੇ ਭਰਾ ਦਾ ਰੋਲ ਨਿਭਾਉਣ ਦੇ ਲਈ ਚਾਹੁੰਦੀ ਹੈ ਕਿ ਅਸੀਂ ਪੰਜਾਬ ਦੀਆਂ ਚੋਣਾਂ ਵਿੱਚ ਉਸ ਤਰੀਕੇ ਨਾਲ ਉਤਰੀਏ ਜੋ ਜਲੰਧਰ ਦੀ ਉਪ ਚੋਣ ਵਿੱਚ ਨਹੀਂ ਕਰ ਸਕੇ, ਉਹ 2024 ਦੀਆਂ ਚੋਣਾਂ ਵਿੱਚ ਕਰੀਏ। ਮੁੱਕਦਾ ਸਵਾਲ ਇੱਥੇ ਆ ਕਿ ਪੰਜਾਬ ਭਾਜਪਾ ਜਿਹੜਾ ਆ, ਪੰਜਾਬ ਭਾਜਪਾ ਦੀ ਲੀਡਰਸ਼ਿਪ ਜਿਹੜੀ ਆ, ਕੀ ਉਹ ਵਾਕਈ ਪ੍ਰਧਾਨ ਮੰਤਰੀ ਮੋਦੀ ਸਾਹਿਬ ਜਾਂ ਕੇਂਦਰੀ ਲੀਡਰਸ਼ਿਪ ਦੀਆਂ ਉਮੀਦਾਂ ਤੇ ਖਰੀ ਉਤਰ ਸਕਦੀ ਹੈ? ਕੀ ਅਕਾਲੀ ਦਲ ਨੂੰ ਇਹਨਾਂ ਦੇ ਨਾਲ ਜਾਣਾ ਚਾਹੀਦਾ ਆ? ਪੰਜਾਬ ਦੇ ਵਿੱਚ ਜਦੋਂ ਇਹ ਕਿਹਾ ਜਾਂਦਾ ਹੈ ਕਿ ਜਾਖੜ ਸਾਹਿਬ ਦੇ ਆਉਣ ਦੇ ਨਾਲ ਜੱਟ, ਸਿੱਖ ਤੇ ਦਲਿਤ ਜਾਂ ਪੰਜਾਬੀ ਜਿਹੜਾ ਵੋਟ ਬੈਂਕ ਹੈ ਉਹ ਕਾਫੀ ਪ੍ਰਭਾਵਿਤ ਹੋਏਗਾ, ਉਹਨਾਂ ਦੀ ਆਪਣੀ ਇੱਕ ਨਿੱਜੀ ਸ਼ਖਸੀਅਤ ਹੈ। ਕੀ ਨਿੱਜੀ ਸ਼ਖਸੀਅਤ ਦੇ ਹੇਠਾਂ ਜਿਹੜਾ ਆਰਐਸਐਸ ਜਾਂ ਹਿੰਦੂਵਾਦੀ ਜਾਂ ਫਾਸ਼ੀਵਾਦ ਦਾ ਏਜੰਡਾ ਆ, ਉਹਨੂੰ ਦਬਾ ਦੇਣਾ ਚਾਹੀਦਾ ਆ? ਦੇਖੋ ਸੁਖਵਿੰਦਰ ਜੀ, ਇਹਨਾਂ ਸਾਰੇ ਸਵਾਲਾਂ ਨੂੰ ਜੇ ਅਸੀਂ ਸਿਰਫ ਇਹਨਾਂ ਸਵਾਲਾਂ ਤੇ ਕੇਂਦਰਿਤ ਕਰਕੇ ਗੱਲ ਕਰੀਏ ਤਾਂ ਮੈਨੂੰ ਲੱਗਦਾ ਹੈ ਵੀ ਇਹ ਅਧੂਰੀ ਗੱਲ ਹੋਏਗੀ। ਇਹਨਾਂ ਦੇ ਜਵਾਬ 'ਚ ਆਪਾਂ ਆਉਣੇ ਆ, ਚਰਚਾ ਕਰਦੇ ਹਾਂ ਇਹਨਾਂ 'ਤੇ। ਪਰ ਇੱਕ ਗੱਲ ਆਪਾਂ ਦੇਖੀਏ, ਵੈਸੇ ਤਾਂ ਪੂਰੇ ਸੰਸਾਰ 'ਚ ਹੀ, ਪਰ ਭਾਰਤ ਦੇ ਵਿੱਚ ਵਿਸ਼ੇਸ਼ ਕਰਕੇ ਜਿਹੜਾ ਸਾਡਾ ਸੰਸਥਾਗਤ ਢਾਂਚਾ ਸੀ ਉਹ ਟੁੱਟ ਗਿਆ। ਕਿਹੜੀ ਸੰਸਥਾ ਜਿਉਂਦੀ ਹੈ? ਇੱਕ ਹੁਣ ਸੁਪਰੀਮ ਕੋਰਟ ਦਾ ਜ਼ਰੂਰ ਲੱਗਦਾ ਵੀ ਹਾਂ ਜਿਉਂਦੀ ਹੈ, ਅਦਾਲਤਾਂ 'ਚ ਅਜੇ ਵੀ ਕੁਛ ਨਾ ਕੁਛ ਹੋ ਰਿਹਾ। ਬਾਕੀ ਐਗਜ਼ੈਕਟਿਵ ਬਿਲਕੁਲ ਚੁੱਪ ਹੋ ਗਈ। ਜੋ ਰਾਜ ਕਰਨ ਵਾਲੇ ਕਹਿੰਦੇ ਨੇ ਉਹੀ ਕਰਦੇ ਨੇ, ਜਾਂ ਫਿਰ ਉਹ ਆਪਦੀ ਮਨਮਰਜ਼ੀ ਕਰੀ ਜਾਂਦੇ ਨੇ। ਕਰਪਸ਼ਨ ਦਾ ਕੋਈ ਅੰਤ ਹੀ ਨਹੀਂ ਹੈ। ਪੈਸੇ ਦਿਓ, ਜਿਹੜਾ ਮਰਜ਼ੀ ਕੰਮ ਕਰਾ ਲਓ, ਕੋਈ ਐਸਾ ਕੰਮ ਨਹੀਂ ਜਿਹੜਾ ਪੈਸਿਆਂ ਨਾਲ ਨਾ ਹੁੰਦਾ ਹੋਵੇ। ਜਿਹੜੇ ਝਗੜਿਆਂ ਦੇ ਵਿੱਚ ਕੋਈ ਹੈਗਾ ਐਗਜ਼ੈਕਟਿਵ ਜਿਹੜਾ ਤਕੜਾ ਉਹਦੇ ਪਾਸੇ ਜਾਂਦੀ ਹੈ, ਜਾਂ ਜਿਹੜਾ ਤਕੜਾ ਹੀ ਪੈਸੇ ਦਿੰਦਾ, ਤਕੜਾ ਹੀ ਸਿਫਾਰਸ਼ ਲਵਾ ਸਕਦਾ। ਗਰੀਬ ਆਦਮੀ ਤਾਂ ਫਿਰ ਰੱਬ ਦੇ ਆਸਰੇ ਰਹਿ ਜਾਂਦਾ, ਕਿਉਂਕਿ ਉਹਦੀ ਤਾਂ ਸਿਫਾਰਸ਼ ਰੱਬ ਹੀ ਰਹਿ ਜਾਂਦਾ। ਫਿਰ ਉਹਦੇ ਵਿੱਚ ਜੇ ਅਸੀਂ ਦੇਖੀਏ, ਲੋਕਾਂ ਨੂੰ ਪਹਿਲਾਂ ਤਾਂ ਸੀਗਾ ਵੀ ਤੁਸੀਂ ਐਮਐਲਏ ਵਗੈਰਾ ਖਰੀਦਦੇ ਹੋ, ਹੁਣ ਤਾਂ ਉਹਨਾਂ ਨੂੰ ਜਰਗਮਾਲ ਬਣਾਇਆ ਜਾਂਦਾ ਹੈ ਤੇ ਉਹਨਾਂ ਨੂੰ ਧੱਕੇ ਢੋੜੇ ਨਾਲ ਵੀ, ਸਾਮ ਦਾਮ ਦੰਡ ਭੇਦ ਨਾਲ ਤੁਸੀਂ ਜਦ ਸਾਰਾ ਸੰਸਥਾਗਤ ਢਾਂਚਾ ਤੋੜਤਾ, ਸਾਰੇ ਪਾਸੇ ਕਰਪਸ਼ਨ ਹੈ। ਇੱਕ ਦੂਜੇ ਨੂੰ ਇਹ ਕਹਿੰਦੇ ਵੀ ਮੈਂ ਇਮਾਨਦਾਰ, ਉਹ ਬੇਈਮਾਨ, ਮੈਂ ਇਮਾਨਦਾਰ, ਉਹ ਬੇਈਮਾਨ। ਇਸ ਹਮਾਮ 'ਚ ਸਾਰੇ ਇੱਕੋ ਜਿਹੇ ਨੇ। ਤੁਸੀਂ ਇਹਨਾਂ 'ਚੋਂ ਕੱਢ ਕੇ ਦਿਖਾਓ। ਠੀਕ ਹੈ, ਵਿਅਕਤੀਗਤ ਨੇਤਾ ਚੰਗੇ ਹੋਣਗੇ, ਪਰ ਉਹ ਜਿਹੜੇ ਵਿਅਕਤੀਗਤ ਚੰਗੇ ਵੀ ਨੇ, ਜਾਂ ਤਾਂ ਜ਼ਰੂਰਤ ਨਹੀਂ ਕਰਦੇ ਬੋਲਣ ਦੀ ਬਹੁਤੇ ਜਿਹੜੇ ਰਾਜ ਕਰਨ ਵਾਲੀਆਂ ਪਾਰਟੀਆਂ ਨੇ, ਤੇ ਜਾਂ ਫਿਰ ਉਹ ਜੇ ਜ਼ਰੂਰਤ ਕਰਦੇ ਨੇ ਉਹਨਾਂ ਨੂੰ ਦੂਜਾ ਰਸਤਾ ਦਿਖਾ ਦਿੱਤਾ ਜਾਂਦਾ ਹੈ। ਜਿਹੜੀ ਆਲੋਚਨਾ ਉਹ ਬਿਲਕੁਲ ਸਹਿਣ ਨਹੀਂ ਹੁੰਦੀ, ਆਪਦੇ ਅੰਦਰਲਿਆਂ ਦੀ ਵੀ ਤੇ ਬਾਹਰਲਿਆਂ ਦੀ ਵੀ। ਜਦ ਤੁਸੀਂ ਅੰਦਰਲੀ ਤੇ ਬਾਹਰਲੀ ਆਲੋਚਨਾ ਖਤਮ ਕਰ ਦਿਓ, ਅੰਦਰਲੀ ਤੇ ਬਾਹਰਲੀ ਸੁਰੱਖਿਆ ਖਤਮ ਕਰ ਦਿਓ, ਅੰਦਰਲੇ ਤੇ ਬਾਹਰ ਦੀ ਆਲੋਚਨਾ ਦੀ ਮੈਂ ਕੁਦਰਤ ਦੇ ਵਿੱਚ ਇੱਕ ਨਿਸ਼ਾਨੀ ਕਹਿ ਕੇ ਫਿਰ ਆਪਾਂ ਆਪਣੇ ਸਵਾਲ ਤੇ ਆਉਣੇ ਆ। ਮਨੁੱਖੀ ਸਰੀਰ ਆ ਜਿਹੜਾ, ਇਹਦੇ ਵਿੱਚ ਜਿਹੜਾ ਹੈ ਅੰਦਰਲੀ ਤੇ ਬਾਹਰਲੀ ਆਲੋਚਨਾ ਦੀ ਨਿਸ਼ਾਨੀ ਇਹ ਹੁੰਦੀ ਹੈ ਵੀ ਤੁਹਾਨੂੰ ਬੁਖਾਰ ਚੜ ਜਾਂਦਾ ਹੈ, ਖੰਘ ਹੋ ਜਾਂਦੀ ਹੈ, ਜ਼ੁਕਾਮ ਹੋ ਜਾਂਦਾ ਹੈ। ਇਹ ਬਿਮਾਰੀ ਨਹੀਂ ਹੁੰਦੀ ਆਪਣੇ ਆਪ 'ਚ, ਸਿਰ ਪੀੜ ਕਰਨ ਲੱਗ ਜਾਂਦੀ ਹੈ। ਇਹ ਆਲੋਚਨਾ ਕਰਦਾ ਸਰੀਰ ਵੀ ਦੇਖੋ ਗੜਬੜ ਹੋ ਗਈ ਤੁਹਾਡੇ ਸਰੀਰ 'ਚ, ਕੋਈ ਧਿਆਨ ਦਿਓ। ਫਿਰ ਬੰਦਾ ਜਾਂਦਾ ਡਾਕਟਰ ਕੋਲੇ, ਉਹ ਜਾਂਚ ਕਰਦਾ, ਉਹ ਕਹਿੰਦਾ ਜੀ ਇਹਨੂੰ ਟੀਬੀ ਹੈ ਜੀ, ਇਹਨੂੰ ਕਰੋਨਾ ਹੋ ਗਿਆ ਜੀ, ਇਹਦਾ ਗੁਰਦਾ ਫੇਲ ਹੋ ਰਿਹਾ ਜੀ, ਇਹਦੀਆਂ ਹੱਡੀਆਂ 'ਚ ਕੈਲਸ਼ੀਅਮ ਘਟ ਗਿਆ ਜੀ, ਕੋਈ ਨਾ ਕੋਈ ਲੱਭਦਾ, ਪਾਣੀ ਘਟ ਗਿਆ ਜੀ। ਸੋ ਜਿਹੜੀ ਉਹ ਆਲੋਚਨਾ ਕਰਦਾ ਸਰੀਰ, ਆਲੋਚਨਾ ਦੇ ਵਿੱਚ ਉਹ ਜੇ ਉਹਦੇ 'ਚ ਸ਼ੁਰੂ ਦੀ ਆਲੋਚਨਾ ਤੇ ਧਿਆਨ ਨਾ ਦੇਵੇ, ਫਿਰ ਬੁਖਾਰ ਹੀ 105 ਹੋ ਜਾਂਦਾ, ਉਹ ਬੁਖਾਰ ਹੀ ਮਾਰ ਦਿੰਦਾ ਬੰਦੇ ਨੂੰ। ਸੋ ਇਸ ਕਰਕੇ ਸਮਾਜ ਦੇ ਵਿੱਚ ਜਦ ਤੁਸੀਂ ਸਾਰੇ ਅਦਾਰੇ ਜਿਨ੍ਹਾਂ ਨੇ ਤੁਹਾਨੂੰ ਠੀਕ ਕਰਨਾ ਸੀ, ਦੱਸਣਾ ਸੀ, ਉਹ ਬੰਦ ਕਰਤੇ।
ਲੋਕਾਂ ਦਾ ਮੂੰਹ ਬੰਦ ਕਰਤਾ ਬੋਲਣਾ, ਯੂਨੀਵਰਸਿਟੀਆਂ 'ਚ ਖੋਜ ਬੰਦ ਕਰਤੀ, ਜਾਂ ਹੋ ਗਈ ਉਹ ਆਪ ਹੀ ਪੈਸੇ ਲੈਂਦੇ ਨੇ ਥੋਕ ਰੇਟ ਤੇ ਲੈ ਲਓ, ਉੱਤੇ ਆਪਾਂ ਨੇ ਲੈਣਾ ਕੀ ਆ ਵੀ ਕੀ ਹੁੰਦਾ ਕੀ ਨਹੀਂ ਹੁੰਦਾ, ਇੱਧਰ ਫੀਸ ਚੱਕੋ ਉੱਧਰ ਲਾ ਦਿਓ। ਜਦ ਤੁਹਾਡੀ ਬੁਨਿਆਦ ਹੀ ਝੂਠੀ ਹੋ ਗਈ, ਆਜ਼ਾਦੀ ਦੀ ਲੜਾਈ ਤੋਂ ਬਾਅਦ ਬੁਨਿਆਦ ਖੋਖਲੀ ਤਾਂ ਹੁੰਦੀ ਗਈ ਹੈ, ਇੰਨੀ ਝੂਠੀ ਨਹੀਂ ਹੋਈ ਸੀ ਪਹਿਲਾਂ। ਤੇ ਜੇ ਬੁਨਿਆਦ ਹੀ ਇੰਨੀ ਹਿੱਲ ਗਈ ਹੈ, ਜਿਹਦੇ ਵਿੱਚ ਤੁਹਾਡਾ ਕੋਈ ਵੀ ਅਦਾਰਾ ਆਪਦਾ ਕੰਮ ਨਹੀਂ ਕਰ ਰਿਹਾ ਉਸ ਤਰੀਕੇ ਨਾਲ, ਧੱਕਾ ਤੋੜਾ ਹੀ ਚੱਲਦਾ, ਬਸ ਜ਼ੋਰ ਦੀ ਰਮਾਈ ਰਮਦੀ ਹੈ। ਆ ਹੁਣੀ ਮੈਂ ਪੜ੍ਹਿਆ ਸੀ, ਕੋਈ ਕਹਿੰਦਾ ਵੀ ਗਾਂਧੀ ਬਾਬੇ ਵਾਲਾ ਨੋਟ ਦੇ ਦਿਓ ਤਾਂ ਕੰਮ ਚੱਲਦਾ, ਨਹੀਂ ਤਾਂ ਨਹੀਂ ਹੁੰਦਾ। ਹਾਂ, ਪੰਜਾਬ ਸਰਕਾਰ 'ਚ ਵੀ ਇਹ ਸੱਚ ਵੀ ਹੈ। ਸੋ ਇਸ ਕਰਕੇ ਜਿਹੜਾ ਇਹ ਹੈ ਵੀ ਇੱਕ ਦੂਜੇ ਨੂੰ ਠਿੱਬੀ ਲਾਉਣ ਤੇ ਲੱਗੇ ਹੋਏ ਨੇ, ਆਪਦਾ ਰਾਜ ਕਾਇਮ ਕਰਨ ਤੇ ਲੱਗੇ ਹੋਏ ਨੇ, ਆਪਦੀ ਜਾਇਦਾਦ ਜਾਂ ਤਾਕਤ ਬਣਾਉਣ ਤੇ। ਕੋਈ ਜ਼ਰੂਰੀ ਨਹੀਂ ਵੀ ਹਰੇਕ ਬੰਦਾ ਜਾਇਦਾਦ ਵੀ ਬਣਾਉਂਦਾ ਹੋਵੇ, ਪਰ ਤਾਕਤ ਤਾਂ ਜ਼ਰੂਰ ਬਣਾਉਂਦਾ। ਤਾਕਤ ਤੋਂ ਤਾਂ ਕੋਈ ਵੀ ਪਿੱਛੇ ਨਹੀਂ, ਵੀ ਉਹ ਇਹ ਨਹੀਂ ਚਾਹੁੰਦਾ। ਹੁਣ ਜੇ ਸੁਨੀਲ ਜਾਖੜ ਵੀ ਆਏ ਨੇ ਤੇ ਇਸੇ ਕਰਕੇ ਆਏ ਨੇ ਵੀ ਮੈਨੂੰ ਇਹਨਾਂ ਨੇ ਸੀਐਮ ਨਹੀਂ ਬਣਾਇਆ ਸੀ ਤੇ ਮੈਂ ਹੁਣ ਇੱਥੇ ਸੀਐਮ ਸ਼ਾਇਦ ਬਣ ਜਾ, ਤੇ ਉਹ ਗਏ ਵੀ ਉੱਥੇ ਨੇ। ਸੋ ਉਸ ਦੇ ਉੱਤੇ ਕਹਿੰਦੇ ਜਿਹੜਾ ਹੈਗਾ ਨਾ, ਉਦਾਂ ਹੀ ਜ਼ਹਿਰ ਖਾਣ ਵਾਲੀ ਗੱਲ ਕਰ ਜਾਂਦੇ ਨੇ ਕਈ ਬੰਦੇ, ਤੇ ਉਹ ਅੱਕ ਚੱਬਣਾ ਕਹਿ ਲਓ, ਜੋ ਵੀ ਕਹਿ ਲਓ, ਮਰਦਾ ਕੀ ਨਾ ਕਰਦਾ। ਸੋ ਜਦ ਢਾਂਚਾ ਤੁਹਾਡਾ ਖਤਮ ਹੋ ਗਿਆ, ਹੁਣ ਇੱਥੇ ਜੇ ਅਸੀਂ ਕਹੀਏ ਵੀ ਆਹ ਬਦਲਾ ਕਰਤਾ, ਆਹ ਕਰਤਾ, ਆਹ ਆ ਗਿਆ, ਉਹ ਆ ਗਿਆ, ਉਹਦੇ ਨਾਲ ਦੇਸ਼ ਦਾ ਅਰਥਚਾਰਾ ਜਾਂ ਦੇਸ਼ ਦੀ ਰਾਜਨੀਤੀ ਜਾਂ ਦੇਸ਼ ਦਾ ਸਮਾਜ ਜਾਂ ਸੱਭਿਆਚਾਰ ਜਾਂ ਭਾਈਚਾਰਾ ਜਾਂ ਇੱਥੋਂ ਦਾ ਵਾਤਾਵਰਨ, ਕੁਦਰਤ ਦਾ ਜਿਹੜੇ ਸਰੋਤ ਨੇ, ਉਹ ਸੁਧਰ ਜੇਗਾ। ਇਹ ਸਾਡੀ ਖਾਮਖਿਆਲੀ ਹੈ। ਇਹ ਟਾਕੀਆਂ ਲਾਉਣ ਦੇ ਬਰਾਬਰ ਤਾਂ ਹੋ ਸਕਦੀ ਹੈ ਵੀ ਕਿਤੇ ਨਾ ਕਿਤੇ ਮਾੜੀ ਮੋਟੀ ਟਾਕੀ ਟਪੱਲਾ ਲਾ ਕੇ, ਐ ਨਹੀਂ ਵੀ ਬਿਲਕੁਲ ਹੀ ਨਹੀਂ। ਇਹ ਜਿਹੜੀ ਫਟੀ ਹੋਈ ਟਿਊਬ ਆ ਉਹਦੇ ਪੈਂਚਰ ਲਾ ਕੇ ਠੀਕ ਕਰਨ ਦੀ ਕੋਸ਼ਿਸ਼ ਕਰੀ ਜਾਂਦੀ ਹੈ ਵੀ ਯਾਰ ਜਿਹੜਾ ਵੱਡਾ ਹਵਾ ਕੱਢਦਾ ਇਹਨੂੰ ਲਾ ਲਓ ਤੇ ਥੋੜ੍ਹਾ ਜਿਹਾ ਅੱਧਾ ਕਿਲੋਮੀਟਰ ਤਾਂ ਜਾਵਾਂਗੀ। ਇੱਥੇ ਤੱਕੀ ਗੱਲ ਰਹਿ ਗਈ ਹੈ। ਔਰ ਐਮਰਜੈਂਸੀ ਪ੍ਰਬੰਧ ਕਰਨਾ ਰਹਿ ਗਿਆ ਸਾਡੀ ਸਰਕਾਰ 'ਚ, ਸੰਸਥਾਗਤ ਢਾਂਚਾ ਟੁੱਟਣ ਕਰਕੇ। ਜਦ ਕੋਈ ਭੀੜ ਪੈਂਦੀ, ਅੱਗ ਲੱਗ ਗਈ, ਫਟਾਫਟ ਜਿਹੜਾ ਮਰਜੀ, ਉਹ ਕਹਿੰਦੇ ਨਾ ਅੱਗ ਲੱਗੀ 'ਚ ਮਸ਼ਕਾਂ ਦਾ ਭਾਅ ਨਹੀਂ ਪੁੱਛਦੇ, ਫਿਰ ਫਟਾਫਟ ਚਲੇ ਜਾਓ। ਜਦ ਤੁਹਾਨੂੰ ਲੱਗਿਆ ਅਸੀਂ ਇੱਥੇ ਹਾਰ ਗਏ, ਫਿਰ ਫਟਾਫਟ ਕੁਛ ਹੋਰ ਕਰਨਾ ਸ਼ੁਰੂ ਕਰ ਦਿਓ, ਐਵੇਂ ਆ ਕਿ ਪਰਾਈ ਹੱਥ ਮਾਰ ਲਓ। ਜਦ ਤੁਹਾਨੂੰ ਲੱਗੇ ਅੱਛਾ ਹੁਣ ਆਹ ਗੱਲ ਹੋ ਗਈ, ਹੁਣ ਐਂ ਕਰ ਦਿਓ। ਸੋ ਜਿਹੜਾ ਪ੍ਰਬੰਧ ਆਪਣੇ ਆਪ ਸਹਿਜ ਸੁਭਾਅ ਚੱਲਣਾ ਸੀ, ਜਿਹਦੇ ਵਿੱਚ ਰੂਟੀਨ 'ਚ ਆਮ ਆਪਣੇ ਆਪ ਕੰਮ ਹੋਣੇ ਸੀ, ਉਹ ਤੁਸੀਂ ਤੋੜਤਾ। ਜਦ ਤੁਸੀਂ ਉਹ ਤੋੜਤਾ ਤਾਂ ਇਹ ਠੀਕ ਨਹੀਂ ਹੋ ਸਕਦਾ। ਪਹਿਲੀ ਗੱਲ ਇਹ ਮੈਂ ਤੁਹਾਨੂੰ ਉਹਨੂੰ ਠੀਕ ਲਿਆਉਣ ਵਾਸਤੇ ਮੁੜ ਕੇ ਜਿਵੇਂ ਗੁਰਦੁਆਰਾ ਸੁਧਾਰ ਲਹਿਰ ਹੋਈ, ਉਦੋਂ ਪਹਿਲਾਂ ਸਿੰਘ ਸਭਾ ਲਹਿਰ ਹੋਈ, ਜੇ ਪੰਜਾਬ ਦੀਆਂ ਕਰੀਏ, ਫਿਰ ਪੰਜਾਬ ਦੀ ਵਿੱਚ ਆਜ਼ਾਦੀ ਦੀ ਜਿਹੜੀ ਗਦਰੀ ਬਾਬਿਆਂ ਦੀ, ਬਾਬਰ ਅਕਾਲੀਆਂ ਦੀ ਮੂਵਮੈਂਟ ਚੱਲਦੀ ਰਹੀ, ਭਗਤ ਸਿੰਘ ਹੋਰਾਂ ਦਾ ਰਿਹਾ। ਉਸ ਤੋਂ ਆਜ਼ਾਦੀ ਤੋਂ ਬਾਅਦ ਵੀ ਕੁਛ ਐਸੇ ਟੈਕਸ ਦੇ ਖਿਲਾਫ ਲਹਿਰਾਂ ਨੇ ਜਿਹੜੀਆਂ ਸਮਾਜ ਨੂੰ ਚੰਗਾ ਬਣਾਉਂਦੀਆਂ ਨੇ, ਕਿਉਂਕਿ ਇੱਕ ਪਾਣੀ ਠਹਿਰ ਜਾਂਦਾ, ਇਹ ਉਹਨੂੰ ਰਿੜਕਣਾ ਜ਼ਰੂਰੀ ਹੁੰਦਾ। ਜਦੋਂ ਰਿੜਕਿਆ ਜਾਂਦਾ ਤਾਂ ਉਹ ਸਾਫ਼ ਹੋ ਜਾਂਦਾ, ਨਹੀਂ ਤਾਂ ਜਿਹੜਾ ਉੱਤੇ ਉੱਤੇ ਸਾਫ਼ ਹੋ ਜਾਂਦਾ, ਥੱਲੇ ਫਿਰ ਉਹੀ ਗੰਦ ਉਨਾ ਹੀ ਪਿਆ ਰਹਿੰਦਾ, ਕਿਉਂਕਿ ਥੱਲੇ ਤੱਕ ਉਹ ਕਿਰਨਾਂ ਨਹੀਂ ਪਹੁੰਚਦੀਆਂ ਸੂਰਜ ਦੀਆਂ। ਸੋ ਅੱਜ ਸਾਡੇ ਸਮਾਜ 'ਚ ਗੱਲ ਹੋ ਗਈ ਹੈ। ਇਹਦੇ ਵਿੱਚ ਹੁਣ ਜਿਹੜਾ ਅਸੀਂ ਕਹਿੰਦੇ ਆ ਇਹ ਪੈਚ ਵਰਕ ਹੈ। ਇਹ ਪੈਚ ਵਰਕ ਦਾ ਆਪਾਂ ਦੇਖਦੇ ਹਾਂ ਵੀ ਇਹ ਕੀ ਆ। ਟਾਕੀਆਂ ਲਾ ਰਹੇ ਨੇ ਇਹ, ਜਾਂ ਸੜਕ ਦੇ ਉੱਤੇ ਟੋਏ, ਵੱਡੇ ਵੱਡੇ ਟੋਏ ਭਰ ਦਿਓ, ਛੋਟੇ ਮੋਟੇ ਖਾਈਆਂ ਉੱਦਾਂ ਹੀ ਰਹਿ ਜਾਣ, ਉਹੋ ਜਿਹਾ ਕੰਮ। ਉਹ ਵੀ ਮਿੱਟੀ ਨਾਲ ਭਰ ਦਿਓ, ਉਹ ਵੀ ਉਸ ਨਾਲ ਨਹੀਂ ਭਰਦੇ ਲੋਕ, ਤੇ ਪੂਰੀ ਬਜਰੀ ਪਾ ਕੇ। ਸੋ ਹੁਣ ਆਪਾਂ ਦੇਖੀਏ, ਜੇ ਪੂਰੇ ਭਾਰਤ ਨੂੰ ਦੇਖੀਏ ਤਾਂ ਖਰੀਦੋ ਫਰੋਖਤ ਤਾਂ ਆਮ ਹੀ ਪਹਿਲਾਂ ਵੀ ਹੋ ਰਹੀ ਸੀ, ਹੁਣ ਵੀ ਹੋ ਰਹੀ ਹੈ। ਔਰ ਜੋ ਅੱਜ ਸਾਡੇ ਮਾਨਯੋਗ ਪ੍ਰਧਾਨ ਮੰਤਰੀ ਜੀ ਜਿਹੋ ਜਿਹੇ ਸ਼ਬਦ ਵਰਤਦੇ ਨੇ, ਉਹ ਬੜੇ ਹੋਰ ਥੱਲੇ ਚਲੇ ਗਏ। ਪਹਿਲਾਂ ਉਹ ਇਕੱਲੇ ਇੱਕ ਫਿਰਕੇ ਵਾਸਤੇ ਵਰਦੇ ਸੀ, ਪਹਿਰਾਵੇ ਸੇ ਪਹਿਚਾਨੇ ਜਾਂਦੇ ਨੇ, ਜਾਂ ਦੂਜੇ ਫਿਰਕੇ ਵਾਸਤੇ, ਯਾਨੀ ਕਿ ਘੱਟ ਗਿਣਤੀਆਂ ਵਾਸਤੇ 84 ਨੂੰ ਯਾਦ ਰੱਖੋ ਤੇ 47 ਨੂੰ ਯਾਦ ਰੱਖੋ ਕਹਿੰਦੇ ਸੀ, ਸੰਸਦ 'ਚ ਕਹਿੰਦੇ ਰਹੇ ਨੇ। ਇਹ ਕੋਈ ਐਂ ਨਹੀਂ ਹੈ ਵੀ ਕੋਈ ਬਾਹਰ ਕੱਢਾ ਕਹਿੰਦੇ ਸੀ। ਸੋ ਹੁਣ ਜਾਂ ਫਿਰ ਉਹਨਾਂ ਨੂੰ ਸ਼ਹਿ ਦਿੰਦੇ ਰਹੇ ਨੇ ਜਿਹੜੇ ਕਹਿੰਦੇ ਸੀ ਦੇਸ਼ ਕੇ ਗਦਾरों को गोली मारो सालों को, ਗਦਾਰ ਆਪੇ ਹੀ ਤੈਅ ਕਰਨਾ। ਹੁਣ ਉਦੋਂ ਵੀ ਥੱਲੇ ਚਲੀ ਗਈ ਗੱਲ। ਇੱਕ ਤਾਂ ਇਹ ਪਾਸਾ ਹੈ। ਦੂਜਾ ਪਾਸਾ ਇਹ ਹੈ ਵੀ ਇਸ ਨੂੰ ਰੋਕਣ ਵਾਸਤੇ ਜਾਂ ਤਾਕਤ ਲੈਣ ਵਾਸਤੇ ਇੱਕ ਦੂਜੀ ਵਿਰੋਧੀ ਪਾਰਟੀ ਆ, ਉਹ ਕੋਸ਼ਿਸ਼ ਕਰੀ ਆ, ਉਹਦੇ ਨਾਲ ਜਿਹੜਾ ਗੱਠਜੋੜ ਬਣਨ ਦੀ ਕੋਸ਼ਿਸ਼ ਕਰਿਆ। ਉਹਦੇ 'ਚ ਇਹੋ ਜਿਹੇ ਨੇ ਵੀ ਜਿਹੜੇ ਜਿੱਦੇ ਮਰਜੀ ਛਾਲ ਮਾਰ ਕੇ ਦੂਜੀ ਉਸ ਛਤਰੀ 'ਤੇ ਬਹਿ ਜਾਣਗੇ। ਉਹ ਕਬੂਤਰ ਨੇ, ਉੜਨ ਵਾਲੇ ਕਬੂਤਰ ਨੇ ਉਹ। ਚਾਹੇ ਉਹਦੇ 'ਚ ਨਿਤਿਸ਼ ਕੁਮਾਰ ਹੈ, ਕਹੇ ਕੋਈ ਜੋ ਮਰਜੀ, ਚਾਹੇ ਉਹਦੇ 'ਚ ਅਖਿਲੇਸ਼ ਯਾਦਵ ਹੈ। ਆਦੋ ਮਾਇਆਵਤੀ ਤਾਂ ਚਲੀ ਗਈ, ਕੇਜਰੀਵਾਲ ਵੀ ਪ੍ਰੈਕਟੀਕਲੀ ਚਲਾ ਹੀ ਗਿਆ, ਤੇ KCR ਜਿਹੜੇ ਉਹ ਨੇ ਉਹ ਵੀ ਚਲੇ ਹੀ ਗਏ ਨੇ, ਚੰਦਰਬਾਬੂ ਨਾਇਡੂ ਵੀ ਚਲੇ ਹੀ ਗਏ ਨੇ, ਤੇ ਹੁਣ ਇਹ ਵੀ ਚਲੇ ਜਾਣਗੇ। ਤੇ ਫਿਰ ਵੀ ਇਹਨਾਂ ਕੋਲ ਇੱਕ ਤਾਕਤਵਰ ਅਜੇ ਵੀ ਕੁਛ ਹੈਗਾ ਕਿ ਉਹ ਲਾਲੂ ਪ੍ਰਸਾਦ ਯਾਦਵ ਦੇ, ਤੇਜਸਵੀ ਯਾਦਵ, ਤੇ ਇੱਧਰੋਂ ਸਟਾਲਨ, ਇੱਧਰੋਂ ਜਿਹੜੇ ਉਧਵ ਠਾਕਰੇ ਨੇ, ਇਹ ਫਿਰ ਵੀ ਅਜੇ ਆਪਣੇ ਹਿਸਾਬ ਨਾਲ ਖੜੇ ਨੇ। ਤੇ ਇਸੇ ਤਰ੍ਹਾਂ ਜਿਹੜੇ ਹੈਗੇ ਨੇ ਲੈਫਟਿਸਟ ਜਿਹੜੇ ਨੇ, ਉਹ ਵੀ ਅਜੇ ਖੜੇ ਨੇ ਇਸ ਗੱਲ 'ਚ ਵੀ ਨਹੀਂ, ਹੁਣ ਜਿਸ ਪਾਸੇ ਨੂੰ ਦੇਸ਼ ਜਾ ਰਿਹਾ ਉਸ ਪਾਸੇ ਨਹੀਂ ਲੈਣਾ।
ਹੁਣ ਪਾਈਏ ਪੰਜਾਬ ਦੇ ਜਿਹੜੇ ਇਹਨਾਂ ਨੇ ਬਦਲਾ ਕਰਿਆ। ਸੋ ਇਹ ਤਾਂ ਉਹਦੇ ਉੱਤੇ ਤਾਂ ਆਪਾਂ ਨੂੰ ਦੇਖਣੇ ਪਊ ਕੀ ਕਰਦਾ। ਉਹ ਵੀ ਸਾਮ ਦਾਮ ਦੰਡ ਭੇਦ ਪੂਰਾ ਵਰਤ ਰਹੇ ਨੇ, ਔਰ ਮਹਾਰਾਸ਼ਟਰ ਦੀ ਸਰਕਾਰ ਦੇ ਵਾਸਤੇ ਉੱਤੇ ਸੰਕਟ ਵੀ ਹੈਗੇ ਨੇ, ਕਿਉਂਕਿ ਉਧਰੋਂ ਵੀ ਸ਼ਰਦ ਪਵਾਰ ਵੀ ਆਪਦੀਆਂ ਗੋਟੀਆਂ ਖੇਡ ਰਿਹਾ, ਔਰ ਇੱਕ MP ਵਾਪਸ ਵੀ ਆ ਗਿਆ, MLA ਵੀ ਵਾਪਸ ਆ ਗਏ। ਉਸ ਤਰ੍ਹਾਂ ਸਾਰਾ ਕੁਝ ਚੱਲੀ ਜਾ ਰਿਹਾ। ਉਹਨਾਂ ਨੇ ਉਹਨੂੰ ਲਾਤਾ, ਉਹਨਾਂ ਨੇ ਉਹਨੂੰ ਲਾਤਾ। ਹੁਣ ਇਹ ਲੜਾਈ ਇਸ ਲੈਵਲ ਤੱਕ ਆ ਗਈ, ਇੱਕ ਦੂਜੇ ਦੀ ਪੱਗ ਲਾਉਣ ਤੱਕ ਵੀ ਚਲੀ ਗਈ ਹੈ। ਇੱਕ ਤਾਂ ਇਹ ਹੈ, ਕੋਈ ਲਿਹਾਜ਼ ਨਹੀਂ ਇਹਦੇ 'ਚ। ਹੁਣ ਆ ਗਿਆ ਜਿਹੜਾ ਪੰਜਾਬ ਦਾ ਸਵਾਲ। ਪੰਜਾਬ 'ਚ BJP ਨੇ ਆਪਦਾ ਪੱਤਾ ਖੇਡਣ ਦੀ ਕੋਸ਼ਿਸ਼ ਕਰ ਰਹੇ ਨੇ, ਹੈ ਤਾਕਤ ਦਾ ਖੇਡ। ਅਕਾਲੀ ਆਪਦਾ ਪੱਤਾ ਖੇਡਣ ਦੀ ਕੋਸ਼ਿਸ਼ ਕਰ ਰਹੇ ਨੇ, ਆਪ ਵਾਲੇ ਆਪਦਾ ਪੱਤਾ ਖੇਡ ਰਹੇ ਨੇ, ਤੇ ਜਿਹੜੀ ਹੈਗੀ ਆ ਕਾਂਗਰਸ, ਉਹ ਆਪਦੀ ਅੱਡੋ ਫੱਟੀ 'ਚ ਹੀ ਪਈ ਆ। ਉਹ ਕਾਂਗਰਸ ਆਪਦੀ ਨੈਸ਼ਨਲ ਲੈਵਲ ਦੀ ਲੀਡਰਸ਼ਿਪ ਦੇ ਬਿਲਕੁਲ ਉਹਦੇ ਅਨੁਕੂਲ ਨਹੀਂ ਚੱਲ ਰਹੀ। ਹਰ ਇੱਕ ਬੰਦੇ ਦਾ ਆਪਦਾ ਮੂੰਹ ਹੈ। ਜਿਹੜੇ ਆਪਦੇ ਆਪਣੇ ਇਮਾਨਦਾਰ ਵੀ ਕਹਿੰਦੇ ਨੇ, ਉਹ ਵੀ ਇਕੱਠੇ ਨਹੀਂ ਹੈਗੇ। ਨਵਜੋਤ ਸਿੱਧੂ, ਸੁਖਪਾਲ ਖਹਿਰਾ, ਪ੍ਰਗਟ ਸਿੰਘ, ਜੇ ਆਪਾਂ ਇਹ ਮੰਨੀਏ ਤੇ ਹੈਗੇ ਨੇ ਕਲੀਨ ਚਿਹਰੇ ਨੇ, ਕੋਈ ਇਹਨਾਂ 'ਤੇ ਉਹ ਨਹੀਂ ਹੈ। ਚਾਹੇ ਇਹਨਾਂ 'ਤੇ ਕੇਸ ਬਣਾਤੇ ਹੋਣ, ਚਾਹੇ ਕਿਸੇ ਨੂੰ ਜੇਲ੍ਹ 'ਚ ਰੱਖਿਆ ਹੋਵੇ ਪੱਕਾ ਜਾਂ ਕੱਚਾ, ਪਰ ਇਹਨਾਂ 'ਤੇ ਉਸ ਤਰੀਕੇ ਦੇ ਦਾਗ ਨਹੀਂ ਹੈਗੇ। ਪਰ ਇਹ ਵੀ ਇਕੱਠੇ ਨਹੀਂ ਹੋ ਰਹੇ। ਇਹ ਤਾਂ ਇੱਕ ਦਿਖਦਾ। ਜੇ ਇਕੱਠੇ ਹੁੰਦੇ ਤਾਂ ਦੂਜੇ ਜਿਹੜੇ ਨੇ ਉਹ ਟਕਸਾਲੀ ਕਹਿੰਦੇ ਨੇ ਆਪਦੇ ਆਪ ਨੂੰ, ਉਹ ਫਿਰ ਇਹਨਾਂ ਦੇ ਉਲਟ ਹੋ ਜਾਂਦੇ ਨਾਲ ਦੀ ਨਾਲ ਹੀ। ਉਹਨਾਂ ਨੂੰ ਲੱਗਦਾ ਵੀ ਸਾਡੇ ਵਾਲਾ ਕੰਮ ਗਿਆ। ਫਿਰ ਉਹ ਕੁਛ ਨਹੀਂ ਕਰਦੇ ਉਹਨਾਂ 'ਚੋਂ ਸਿਵਾਏ ਸੁੱਖੀ ਰੰਧਾਵਾ ਦੇ। ਕੋਈ ਮੈਨੂੰ ਤਾਂ ਬੋਲਦਾ ਦਿਖਦਾ ਨਹੀਂ। ਈਵਨ ਉਹ ਪ੍ਰਧਾਨ ਵੀ ਉਸ ਪੱਧਰ 'ਤੇ ਨਹੀਂ ਗੱਲ ਆ ਕੇ ਕਰ ਰਿਹਾ। ਸੋ ਉਸ ਪੱਖੋਂ ਆਪਾਂ ਪੰਜਾਬ ਦਾ, ਜਿਵੇਂ ਕਹਿੰਦੇ ਵੀ ਪੰਜਾਬ ਦਾ ਹਾਲ ਜਿਹੜਾ ਹੈ, ਇਹ ਬਹੁਤ ਹੀ ਜ਼ਿਆਦਾ ਖੱਖੜੀਆਂ ਕਰੇਲੇ ਹੋਇਆ। ਜੋ ਮਹਾਰਾਜਾ ਰਣਜੀਤ ਸਿੰਘ ਤੋਂ ਬਾਅਦ ਹੋਇਆ ਸੀ ਨਾ, ਉਸ ਤਰ੍ਹਾਂ ਦਾ ਹੋਇਆ ਹੈ। ਤੇ ਉਹ ਡੋਗਰੇ ਕੌਣ ਨੇ, ਕਿਹੜੇ ਨੇ, ਇਹ ਆਪੇ ਪਤਾ ਲੱਗ ਜੂਗਾ। ਹੁਣ ਜਦ ਕਾਂਗਰਸ ਦੇ ਬੰਦੇ ਇੰਨੇ ਜ਼ਿਆਦਾ ਟੁੱਟ ਕੇ ਚਲੇ ਗਏ, ਅਕਾਲੀਆਂ ਦੇ ਵੀ ਟੁੱਟੀ ਜਾ ਰਹੇ ਨੇ, ਤੇ ਜੇ ਅਕਾਲੀ ਇਹ ਕਰਦੇ ਨੇ ਤਾਂ ਵੀ ਟੁੱਟ ਕੇ ਜਾਣਗੇ, ਕਿਉਂਕਿ ਸੱਤਾ ਤੋਂ ਬਗੈਰ ਠਹਿਰ ਨਹੀਂ ਸਕਦੇ। ਜਿਹੜਾ ਲਾਇਆ ਇਹਨਾਂ ਨੇ ਸੁਨੀਲ ਜਾਖੜ ਨੂੰ, ਸੁਨੀਲ ਜਾਖੜ ਦੇ ਉੱਤੇ ਬੜਾ ਕਿਸੇ ਨੇ ਲਿਖਿਆ ਜੀ ਇਹ ਬੜਾ ਸਿਆਣਾ ਲੀਡਰ ਹੈ ਜੀ। ਮੈਂ ਸੁਨੀਲ ਜਾਖੜ ਨੂੰ ਸਿਆਣਾ ਸਮਝਦਾ ਹਾਂ। ਸਟੇਟਸਮੈਨ ਦੀ ਤਰ੍ਹਾਂ ਬਿਹੇਵ ਕਰਦੇ ਰਹੇ ਨੇ। ਪਰ ਉਹ ਕਹਿੰਦੇ ਨੇ ਨਾ, ਜਿਹੜੀ ਹੈ ਦੁੱਧ ਤੇ ਬੁੱਧ ਦਾ ਕੋਈ ਪਤਾ ਨਹੀਂ ਹੁੰਦਾ ਕਦ ਕੀ ਹੋ ਜੇ। ਤੇ ਯੁਧਿਸ਼ਠਿਰ ਨੇ ਵੀ ਆਪਣੀ ਪਤਨੀ ਨੂੰ ਜੂਏ 'ਚ ਲਾਤਾ ਸੀ। ਲੋਕ ਸੋਚਦੇ ਸੀ ਵੀ ਯਾਰ ਏਡਾ ਵੱਡਾ ਗਿਆਨਵਾਨ ਬੰਦਾ ਕਿਵੇਂ ਜੂਏ 'ਚ ਲਾ ਸਕਦਾ। ਸੋ ਇਸ ਕਰਕੇ ਜਿਹੜਾ ਜਿੱਦਾਂ ਉਹਨਾਂ ਨੂੰ ਚੀਫ ਮਿਨਿਸਟਰਸ਼ਿਪ ਨਹੀਂ ਮਿਲੀ, ਬੋਲਣਾ ਉਹਨਾਂ ਨੇ ਉਦੋਂ ਹੀ ਸ਼ੁਰੂ ਕਰਤਾ ਸੀ ਕਾਂਗਰਸ ਦਾ। ਜਦ ਫਿਰ ਚੰਨੀ ਦੀ ਸਰਕਾਰ ਵੇਲੇ ਰਹੇ ਵੀ, ਜਾਂ ਤਾਂ ਉਦੋਂ ਹੀ ਛੱਡ ਦਿੰਦੇ ਵੀ ਮੈਨੂੰ ਬਣਾਇਆ ਨਹੀਂ, ਮੈਂ ਨਹੀਂ ਰਹਿੰਦਾ। ਕਿਉਂ, ਉਦੋਂ ਸਰਕਾਰ ਦਾ ਵੀ ਮਾੜਾ ਮੋਟਾ ਆਪਦਾ ਲਾਲਚ ਤਾਂ ਸੀਗਾ ਹੀ। ਕਹਿਣ ਨੂੰ ਜੋ ਮਰਜ਼ੀ ਆ, ਇਹ ਜ਼ਰੂਰੀ ਨਹੀਂ ਹੁੰਦਾ ਬੰਦਾ ਪੈਸੇ ਲਵੇ। ਪੈਸੇ ਕੋਈ ਇੱਕ ਭ੍ਰਿਸ਼ਟਾਚਾਰ ਨਹੀਂ ਹੈ। ਭ੍ਰਿਸ਼ਟਾਚਾਰ ਇਹ ਵੀ ਹੈ ਕਿ ਤੁਹਾਡਾ ਕੋਈ ਕਿਸੇ ਨੇ ਕੰਮ ਕਰਤਾ, ਤੁਹਾਨੂੰ ਕੋਈ ਅਹੁਦਾ ਦਿੱਤਾ, ਇਹ ਵੀ ਤਾਂ ਭ੍ਰਿਸ਼ਟਾਚਾਰ ਹੀ ਹੈ ਨਾ। ਜੇ ਗਏ ਨੇ BJP 'ਚ ਸਾਰੀ ਉਮਰ ਕਾਂਗਰਸ ਚਲਾ ਕੇ, ਇੰਨੀਆਂ ਪੀੜ੍ਹੀਆਂ ਕਾਂਗਰਸ 'ਚ ਰਹੀਆਂ, ਤੇ ਫਿਰ ਜੇ ਗਏ ਨੇ ਤਾਂ ਕਿਸੇ ਗੱਲ ਕਰਕੇ ਗਏ ਨੇ ਨਾ। ਉਹ ਗਏ ਨੇ ਤਾਕਤ ਵਾਸਤੇ। ਉੱਥੇ ਜਾ ਕੇ ਉਹਨਾਂ ਨੇ ਜਿਹੋ ਜਿਹੀ ਬਿਆਨਬਾਜ਼ੀ ਕਰੀ, ਜੋ ਕਰਿਆ, ਉਹ ਆਪਾਂ ਨੂੰ ਪਤਾ ਹੈ। ਹੁਣ ਜਦੋਂ ਉਹਨਾਂ ਨੂੰ ਪ੍ਰਧਾਨ ਬਣਾਤਾ, ਹੁਣ ਉਹ ਬੋਲੀਓ ਬਦਲ ਗਏ। ਘਰ ਘਰ ਮੀਆਂ ਸਭਨਾ ਜੀਆਂ ਬੋਲੀ ਅਵਰ ਤੁਮਾਰੀ। ਕੱਲ ਉਹਨਾਂ ਨੇ ਹਿੰਦੀ 'ਚ ਭਾਸ਼ਣ ਉਹ ਦਿੱਤਾ, ਜਵਾਬ ਇੰਟਰਵਿਊ ਦਿੱਤੀ ਹੈ। ਉਹ ਹਿੰਦੀ ਤਾਂ ਉਨੀ ਵਧੀਆ ਨਹੀਂ ਆਉਂਦੀ ਉਹਨਾਂ ਨੂੰ, ਹਿੰਦੁਸਤਾਨੀ ਆਉਂਦੀ ਹੈ, ਕਿਉਂਕਿ ਹਿੰਦੀ ਮੈਨੂੰ ਵੀ ਨਹੀਂ ਆਉਂਦੀ, ਐਵੇਂ ਕਹਿੰਦਾ ਮੈਂ। ਪਰ ਉਹਨਾਂ ਨੂੰ ਆ ਸਕਦੀ ਹੈ, ਕਿਉਂਕਿ ਉਸ ਏਰੀਏ 'ਚ ਨੇ ਜਿੱਥੇ ਥੋੜ੍ਹਾ ਬਹੁਤਾ ਹਿੰਦੀ ਲੋਕ ਬੋਲਦੇ ਨੇ, ਅੱਧ ਵਿਚਾਲੀ ਹਿੰਦੁਸਤਾਨੀ ਜੀ। ਉਹਨਾਂ ਨੇ ਉਹ ਪੰਜਾਬੀ 'ਚ ਨਹੀਂ ਦਿੱਤੀ ਇੰਟਰਵਿਊ। ਇੱਕ ਤਾਂ ਇਹ ਹੈ। ਦੂਜਾ, ਉਹਨਾਂ ਬਾਰੇ ਕਿਹਾ ਜਾ ਰਿਹਾ ਹੈ ਵੀ ਉਹ ਜੀ ਇੱਥੇ ਸਾਰਿਆਂ ਨੂੰ ਆਉਣ ਸਾਰ BJP ਦੇ ਵਿੱਚ ਖਿਲਾਰਾ ਪੈ ਗਿਆ। ਆਉਣ ਤੋਂ ਪਹਿਲਾਂ ਹੀ ਅਸ਼ਵਨੀ ਕੁਮਾਰ ਜੀ ਨੇ ਆਪਣਾ ਦਫ਼ਤਰ ਖਾਲੀ ਕਰਤਾ ਸੀ ਪਹਿਲਾਂ ਹੀ। ਸਮਾਨ ਸਮੂਨ ਚੁੱਕ ਲਿਆ ਸੀ, ਰੋਜ਼ ਸਾਹਮਣੇ ਦਿਖਦਾ ਸੀ। ਤੇ ਦੂਜਾ, ਨਾਰੰਗ ਜੀ ਨੇ ਜਿਹੜੇ MLA ਬਣੇ ਜਾਖੜ ਸਾਹਿਬ ਨੂੰ ਹਰਾ ਕੇ, ਉਹਨਾਂ ਨੇ ਵੀ ਕਹਿਤਾ ਵੀ ਮੈਂ ਪਾਰਟੀ 'ਚ ਜ਼ਰੂਰ ਰਹੂੰਗਾ, ਪਰ ਮੈਂ ਕੋਈ ਅਹੁਦਾ ਨਹੀਂ ਲੈਣਾ, ਕਿ ਜਿਹੜੇ ਜਿੱਥੇ ਵਰਕਰਾਂ ਦੀ। ਔਰ ਇਹ ਗੱਲ ਸਮਝ ਵੀ ਆਉਂਦੀ ਹੈ। ਸਮਝ ਆਉਂਦੀ ਆ ਵੀ ਡੰਡੇ ਨਾਲ ਤਾਂ ਜੋ ਮਰਜ਼ੀ ਕਰ ਲੈਣਾ। ਜਿਨ੍ਹਾਂ ਨੇ ਕਿਸਾਨ ਅੰਦੋਲਨ ਵੇਲੇ ਲੋਕਾਂ ਦੀਆਂ ਬੋਲੀਆਂ ਸਹੀਆਂ, ਸਭ ਕੁਝ ਸਹਿਆ, ਡਟ ਕੇ ਮੋਦੀ ਸਾਹਿਬ ਦੇ ਹੁਕਮ ਅਮਿਤ ਸ਼ਾਹ ਜੀ ਦਾ ਮੰਨਦੇ ਰਹੇ। ਉਹ ਕਹਿੰਦੇ ਯਾਰ ਅਸੀਂ ਕੀ ਹਾਂ, ਕਿੱਥੇ ਹਾਂ ਅਸੀਂ। ਉਸੇ ਏਰੀਏ 'ਚ ਜਾਨੀ ਸਾਹਿਬ ਨੇ, ਤਾਂ ਜਾਨੀ ਸਾਹਿਬ ਤਾਂ ਸਮਝੌਤਾ ਕਰਾਉਂਦੇ ਫਿਰਦੇ ਸੀ। ਉਹ ਔਰ ਉਹਨਾਂ ਦੀ ਉਦੋਂ ਕਾਫੀ ਚੜ੍ਹੀ ਹੋਈ ਸੀ। ਉਹ ਕੋਈ ਛੋਟੇ ਲੀਡਰ ਤਾਂ ਹੈ ਨਹੀਂ, ਮੰਤਰੀ ਵੀ ਰਹੇ ਨੇ। ਸੁਨੀਲ ਜਾਖੜ ਜੀ ਨੂੰ ਤਾਂ ਇਹੋ ਜਿਹਾ ਮੌਕਾ ਹੀ ਨਹੀਂ ਮਿਲਿਆ ਇਸ ਤਰ੍ਹਾਂ ਦੇ ਕੰਮ ਕਰਨ ਦਾ। ਤਾਂ ਥੋੜ੍ਹੀ ਦੇਰ ਲੋਕ ਸਭਾ 'ਚ ਰਹੇ ਨੇ ਬਸ, ਇੱਕ ਜਿਮਨੀ ਚੋਣ 'ਚ ਜਿੱਤ ਕੇ। ਤੇ ਪਰ ਇਹ ਤਾਂ ਮੰਤਰੀ ਰਹੇ ਨੇ। ਤੇ
ਇਹਨਾਂ ਨੇ ਬਤੌਰ ਮੰਤਰੀ ਇਹਨਾਂ ਤੇ ਕੋਈ ਐਸਾ ਦਾਗ ਵੀ ਨਹੀਂ ਜਾਨੀ ਸਾਹਿਬ ਤੇ। ਸੋ ਮੇਰਾ ਕਹਿਣ ਦਾ ਸਿਰਫ ਇਹ ਮਤਲਬ ਇੰਨਾ ਹੈ, ਇੱਦਾਂ ਚੁੱਕ ਸਾਹਿਬ ਨੇ ਲੁਧਿਆਣੇ 'ਚ ਉਹ ਜਿਹੜੇ ਬੰਦੇ ਇਹਨਾਂ ਦੇ ਸਟਾਰਵਰਟ ਰਹੇ ਨੇ, ਉਹਨਾਂ ਨੂੰ ਐਂ ਲੱਗਦਾ ਹੈ ਵੀ ਫਿਰ ਸਾਨੂੰ ਤਾਂ ਫੁੱਟੇ, ਕਿਉਂਕਿ ਹੁਣ ਕਾਂਗਰਸ ਦੇ ਵਿੱਚੋਂ ਆਇਆ, ਉਹਨੇ ਨਾਲ ਕਾਂਗਰਸ ਦੀ ਜਿਹੜੀ ਬੈਂਡ ਵੈਗਨ ਹੈ ਉਹਨੂੰ ਵੀ ਤਾਂ ਕਿਤੇ ਨਾ ਕਿਤੇ ਉਹਦੇ ਨਾਲ ਰਹੀ ਹੈ, ਉਹਦਾ ਵੀ ਕੋਈ ਹੋਏਗਾ। ਇਹ ਸੋਚਦੇ ਨੇ ਵੀ ਕੈਪਟਨ ਸਾਹਿਬ ਤੇ ਇਹਦੇ ਸਹਾਰੇ ਅਸੀਂ ਸ਼ਾਇਦ ਜਿੱਤ ਲਈਏ। ਕੈਪਟਨ ਇਹ ਕਿਵੇਂ ਭੁੱਲੇਗਾ ਕਿ ਵੀ ਇਹ ਉਹੀ ਸੁਨੀਲ ਜਾਖੜ ਜੀ ਨੇ ਮੇਰੇ ਖਿਲਾਫ ਝੰਡਾ ਚੁੱਕਿਆ ਹੋਇਆ ਸੀ। ਨਹੀਂ ਤਾਂ ਕੈਪਟਨ ਨੇ ਮੁੱਖ ਮੰਤਰੀ ਰਹਿਣਾ ਸੀ। ਜਦ ਪ੍ਰਧਾਨ ਵੀ ਉਹਦੇ ਉਲਟ ਹੋ ਗਿਆ ਤਾਂ ਹੀ ਉਹਦੀ ਮੁੱਖ ਮੰਤਰੀਸ਼ਿਪ ਗਈ। ਉਹ ਤਾਂ ਕਹਿੰਦਾ ਮੇਰੀ ਬੇਇੱਜ਼ਤੀ ਕਰਕੇ ਭੇਜਿਆ ਕਾਂਗਰਸ ਨੇ। ਸੋ ਇਸ ਕਰਕੇ ਬਹੁਤ ਸਾਰੇ ਜੋੜ ਤੋੜ ਨੇ ਜਿਹੜੇ ਇਹ ਦੇਖਣ ਦੀ ਲੋੜ ਹੈ ਕਿ ਬੀਜੇਪੀ ਦੇ ਵਿੱਚ ਇਹਦੀ ਫੁੱਟ ਕੀ ਪੈਂਦੀ ਹੈ ਬੀਜੇਪੀ ਨੂੰ। ਹੁਣ ਦੂਜਾ ਪ੍ਰਭਾਵ ਇਹ ਕਹਿ ਦਿੱਤਾ ਜਾ ਰਿਹਾ ਹੈ ਵੀ ਜਾਖੜ ਸਾਹਿਬ ਹਿੰਦੂਆਂ 'ਚ ਵੀ ਸਿੱਖਾਂ 'ਚ ਵੀ ਬੜੇ ਪ੍ਰਵਾਨਤ ਲੀਡਰ ਨੇ। ਮੈਂ ਜਾਖੜ ਸਾਹਿਬ ਨੂੰ ਜਦ ਹੁਣ ਪਿੱਛੇ ਜੇ ਸੋਹਣੇ ਥੋੜ੍ਹੇ ਜਿਹੇ ਬਿਆਨ ਦਿੱਤੇ ਸੀ ਇਹਨਾਂ ਨੇ, ਉਦੋਂ ਤਾਂ ਲੱਗਿਆ ਵੀ ਚਲੋ ਇਹ ਵੀ ਨੇ। ਨਹੀਂ, ਇਹ ਜਾਖੜ ਸਾਹਿਬ ਲੋਕਾਂ ਦੇ ਮਨ ਮਸਤਕ ਦੇ ਲੀਡਰ ਨਹੀਂ ਰਹੇ। ਵੱਡੇ ਵੱਡੇ ਲੀਡਰ ਜਿਹੜੇ ਲੋਕਾਂ 'ਚ ਆਏ ਹੁੰਦਾ ਸੀ ਵੀ ਇਹ ਸ਼ੇਰੇ ਪੰਜਾਬ ਨੇ, ਇਹ ਤਾਂ ਹੁਣ ਪੰਜਾਬ ਦੇ ਉਮੀਦ ਨੇ, ਜਗਮੀਤ ਸਿੰਘ ਵਰਗੇ, ਜਾਂ ਆਪਣੇ ਹੁਣ ਚਲੇ ਗਏ ਮਰਹੂਮ ਵੀਰ ਦਵਿੰਦਰ ਵਰਗੇ ਤਕੜੇ ਲੀਡਰ ਰਹੇ ਨੇ, ਜਿਨ੍ਹਾਂ ਤੇ ਲੋਕਾਂ ਨੂੰ ਆਏ ਸੀ ਵੀ ਇਹ ਤਾਂ ਯਾਰ ਇਹ ਕਮਾਲ ਕਰਨ ਵਾਲੇ ਨੇ। ਤੇ ਉਹ ਲੀਡਰਾਂ ਦਾ ਆਪਾਂ ਨੂੰ ਪਤਾ, ਪਾਰਟੀਆਂ ਬਦਲ ਬਦਲ ਕੇ ਜੋ ਕੁਛ ਹੋਇਆ, ਜਿਸ ਤਰੀਕੇ 'ਤੇ ਗਏ ਨੇ। ਤੇ ਜਾਖੜ ਸਾਹਿਬ ਦੇ ਬਾਰੇ ਤਾਂ ਲੋਕਾਂ ਦਾ ਮਨ ਮਸਤਕ ਮੈਨੂੰ ਨਹੀਂ ਲੱਗਦਾ ਵੀ ਸਿੱਖਾਂ ਦੇ ਵਿੱਚ ਜਾਂ ਹਿੰਦੂਆਂ ਦੇ ਵਿੱਚ, ਈਵਨ ਹਿੰਦੂਆਂ ਦੇ ਵਿੱਚ, ਇਹ ਠੀਕ ਹੈ ਆਪਦੇ ਇਲਾਕੇ ਦੇ ਵਿੱਚ ਤਾਂ ਹਰੇਕ ਹੀ, ਆਪਦੇ ਘੁਰਨੇ 'ਚ ਤਾਂ ਹਰੇਕ ਹੀ ਸ਼ੇਰ ਹੁੰਦਾ। ਸਵਾਲ ਇਹ ਹੈ ਕਿ ਉਹ ਦੁਆਬੇ ਦੇ ਵਿੱਚ ਇੱਕ ਬਤੌਰ ਹਿੰਦੂ ਪ੍ਰਵਾਨਤ ਲੀਡਰ ਹੈਗੇ। ਦੁਆਬੇ 'ਚ ਬਥੇਰੇ ਤਕੜੇ ਲੀਡਰ ਬੈਠੇ ਨੇ, ਬੀਜੇਪੀ ਦੇ ਵੀ ਬੈਠੇ ਨੇ। ਕੀ ਉਹ ਮਾਲਵੇ ਦੇ ਇੱਧਰਲੇ ਪਾਸੇ ਜੇ ਅਸੀਂ ਦੇਖੀਏ, ਜਾਂ ਆਪਾਂ ਇਹਨੂੰ ਕਹੀਏ ਲਹਿੰਦੇ ਮਾਲਵੇ ਵੱਲ, ਕੀ ਉੱਥੇ ਆਪਣਾ ਉਹ ਪ੍ਰਵਾਨਤ ਲੀਡਰ ਹੈ? ਚੜ੍ਹਦੇ ਮਾਮਲੇ ਵੱਲ ਨੂੰ ਕੀ ਉਹ ਪ੍ਰਵਾਨਤ ਲੀਡਰ ਹੈਗੇ ਨੇ? ਸੋ ਇਸ ਕਰਕੇ ਇਹ ਜਿਹੜੀਆਂ ਗੱਲਾਂ ਨੇ, ਕੀ ਉਹ ਮਾਝੇ 'ਚ ਪ੍ਰਵਾਨਤ ਲੀਡਰ ਹੈਗੇ ਨੇ? ਗੁਰਦਾਸਪੁਰ 'ਚੋਂ ਚੋਣ ਜਿੱਤਣ ਦਾ ਮਤਲਬ ਇਹ ਨਹੀਂ ਹੈ ਵੀ ਉੱਥੇ ਪ੍ਰਵਾਨਤ ਲੀਡਰ ਸੀਗੇ। ਉਹ ਜਿਮਨੀ ਚੋਣ ਹੋਰ ਕਾਰਨਾਂ ਕਰਕੇ ਜਿੱਤੀ ਹੈ। ਗੁਰਦਾਸਪੁਰ ਦੇ ਲੋਕ ਤਾਂ ਜਾਖੜ ਸਾਹਿਬ ਨੂੰ ਪਤਾ ਜਾਂਦੀ ਅਗਲੀ ਵਾਰੀ ਫਿਰ ਕਿਉਂ ਤੂੰ ਜਟਾਈ ਜੇ ਇੰਨੀ ਗੱਲ ਸੀ, ਅਗਲੀ ਵਾਰੀ ਹਾਰੇ ਨੇ ਨਾ ਬੁਰੀ ਤਰ੍ਹਾਂ। ਸੋ ਇਸ ਕਰਕੇ ਇਹ ਜਿਹੜੀ ਸਮਝ ਹੈ ਨਾ ਲੋਕਾਂ ਦੀ। ਔਰ ਅਗਲੀ ਗੱਲ, ਹਾਰੇ ਕਿੱਥੇ ਨੇ ਹੋਰ ਦੇਖੋ, ਜਿੱਥੇ ਸਭ ਤੋਂ ਜ਼ਿਆਦਾ ਹਿੰਦੂ ਵੋਟ ਹੈ, ਪਠਾਨਕੋਟ, ਮੁਕੇਰੀਆਂ ਤੇ ਆਪਣਾ ਇਹ ਬਮਿਆਲ, ਨਰੋਟ ਮਹਿਰਾ, ਨਰੋਟ ਜੈਮਲ ਸਿੰਘ, ਹਾਂਜੀ, ਦੀਨਾ ਨਗਰ, ਇਹ ਤਾਂ ਸਾਰੇ ਉੱਥੇ ਤਾਂ ਕਿਸਾਨੀ ਵੀ ਹਿੰਦੂ ਕਿਸਾਨੀ ਹੈ ਜ਼ਿਆਦਾ। ਤੇ ਦੂਜੀ ਗੱਲ ਗੁਰਦਾਸਪੁਰ ਸ਼ਹਿਰ 'ਚ, ਕਿਉਂਕਿ ਮੈਂ ਉੱਥੇ ਰਿਹਾ, ਇਹ ਸਾਰੇ ਏਰੀਆ 'ਚ ਮੈਂ ਘੁੰਮਿਆ ਹੋਇਆ, ਤੇ ਉੱਥੇ ਗੁਰਦਾਸਪੁਰ 'ਚ ਹਿੰਦੂ ਦੀ ਬੜੀ ਉਹ ਹੈ, ਤਕੜੀ ਤਾਕਤ ਹੈ। ਸੋ ਇਸ ਕਰਕੇ ਇਹ ਸਮਝਣਾ ਕਿ ਜਾਖੜ ਸਾਹਿਬ ਹਿੰਦੂਆਂ ਦੀ ਬਹੁਤ ਵੱਡੀ ਵੋਟ ਲੈ ਲੈਣਗੇ, ਉਹ ਮੈਨੂੰ ਲੱਗਦਾ ਵੀ ਓਨਾ ਸੌਖਾ ਨਹੀਂ ਹੈ। ਤੇ ਉਹਦੇ ਨਾਲ ਬਲਕਿ ਜਿਹੜੇ ਬੀਜੇਪੀ ਦੇ ਪੱਕੇ ਬੰਦੇ ਸੀ, ਉਹਨਾਂ ਦੇ ਵਿੱਚ ਉਹਨਾਂ ਦਾ ਮਨੋਬਲ ਗਿਰੇਗਾ। ਉਹ ਵਿਰੋਧ ਨਾ ਕਰਨਗੇ, ਉਹਨਾਂ ਦੀ ਪਾਰਟੀ 'ਚ ਇੰਨਾ ਕੁ ਜੇ ਹੈਗਾ ਕਿਉਂਕਿ ਉਹ ਕਹਿੰਦੇ ਵੀ ਵਿਰੋਧ ਕਰਕੇ ਵੀ ਕਿੱਧਰ ਜਾਵਾਂਗੇ, ਉਹਨਾਂ ਨੂੰ ਐਂ ਲੱਗਦਾ। ਪਰ ਵਿਰੋਧ ਨਾ ਕਰਨਗੇ, ਪਰ ਉਹ ਉਸ ਤਰੀਕੇ ਨਾਲ ਤਾਂ ਤੁਰਨਗੇ ਨਹੀਂ, ਕਿਉਂਕਿ ਉਹਨਾਂ ਨੂੰ ਕੀ ਹੋ ਜੂ ਵੀ ਜੇ ਜਾਖੜ ਸਾਹਿਬ ਇੱਕ ਵਾਰੀ ਪੈਰ ਜਮਾ ਕੇ, ਕਾਂਗਰਸ ਨੇ ਹੋਰ ਕੀ ਕਰਿਆ? ਕਾਂਗਰਸ ਨੇ ਸਿੱਧੂ ਨੂੰ ਵਾਰ-ਵਾਰ, ਈਵਨ ਜਲੰਧਰ ਦੀ ਚੋਣ ਦੇ ਵਿੱਚ ਉਹਨਾਂ ਦਾ ਰੋਲ ਇਹ ਰਿਹਾ ਵੀ ਜੇ ਐਤਕੀ ਜਿੱਤ ਗਏ ਜਲੰਧਰ ਦੀ ਚੋਣ ਕਾਂਗਰਸੀ, ਤਾਂ ਨਵਜੋਤ ਸਿੱਧੂ ਦਾ ਪਰਚਾ ਖੁੱਲ ਜਾਣਾ ਵੀ ਇਹ ਹੈ ਜੀ। ਤੇ ਉਹ ਕਰਦੇ ਰਹੇ, ਉਹਨਾਂ ਨੇ ਉਹਨਾਂ ਦਾ ਆਪਦਾ ਕੈਂਡੀਡੇਟ ਦੂਜੇ ਪਾਸੇ ਭੇਜ ਜੇ ਕਰ, ਹਾਲਾਂਕਿ ਲੱਗਦਾ ਸੀ ਬਿਆਨਬਾਜ਼ੀ ਇਹ ਵੀ ਲਾਇਆ ਮੈਂ ਮੁੱਛਦਾ ਐਂ ਕਰ ਦੂੰ ਫਲਾਣਾ। ਸੋ ਇੱਕ ਗੱਲ ਆਪਾਂ ਸਮਝ ਕੇ ਚੱਲੀਏ ਵੀ ਸਿਆਸਤ ਸਾਡੇ ਦੋਗਲੀ ਹੈ। ਉਹ ਆਪਦੇ ਆਪ ਨਾਲ ਵੀ ਦੋਗਲਾਪਨ ਕਰਦੇ ਨੇ, ਉਹ ਆਪਦੀ ਪਾਰਟੀ ਨਾਲ ਵੀ ਦੋਗਲਾਪਨ ਕਰਦੇ ਨੇ, ਆਪਦੇ ਗਰੁੱਪ ਨਾਲ ਵੀ ਦੋਗਲਾਪਨ ਕਰਦੇ ਨੇ, ਪੰਜਾਬ ਨਾਲ ਤਾਂ ਕਰਜ਼ੀ ਕਰਦੇ ਨੇ, ਦੇਸ਼ ਨਾਲ ਤਾਂ ਕਰਜ਼ੀ ਕਰਦੇ ਨੇ। ਦੋਗਲਾਪਨ ਚੱਲ ਰਿਹਾ ਹੈ ਔਰ ਨਿੱਜ ਸਭ ਤੋਂ ਉੱਪਰ ਹੈ। ਇਸ ਕਰਕੇ ਆਪਾਂ ਇਸ ਗੱਲ ਨੂੰ ਭੁਲੇਖੇ 'ਚੋਂ ਬੀਜੇਪੀ ਨੂੰ ਵੀ ਨਹੀਂ ਰਹਿਣਾ ਚਾਹੀਦਾ। ਇਹਦੇ ਵਿੱਚੋਂ ਹੀ ਸਪਸ਼ਟ ਹੈ ਵੀ ਜਾਖੜ ਸਾਹਿਬ ਦੇ ਆਉਣ ਨਾਲ ਜੇ ਉਹ ਸੋਚਣਗੇ ਵੀ ਹਿੰਦੂਆਂ ਤੇ ਸਿੱਖਾਂ ਦਾ ਕੋਈ ਇੱਕ ਮੇਲ ਉਸ ਤਰੀਕੇ ਨਾਲ ਕਰਾ ਲੈਣਗੇ, ਤਾਂ ਮੈਨੂੰ ਲੱਗਦਾ ਹੈ ਵੀ ਇੰਨਾ ਉਹ ਸਾਦੀ ਗੱਲ ਨਹੀਂ, ਇੰਨੀ ਕੇਕ ਵਾਕ ਨਹੀਂ ਹੈ, ਇੰਨੀ ਸਿੱਧੀ ਸਾਦੀ ਸੜਕ ਨਹੀਂ ਹੈ। ਹਾਂਜੀ, ਹੁਣ ਸਵਾਲ ਕਰ। ਸਵਾਲ ਇਹ ਆ ਕਿ ਅਸੀਂ ਲੋਕਾਂ ਦੀ ਬਹੁਤ ਇੱਕ ਗੱਲ ਕਰਦੇ ਆ ਕਿ ਆਮ ਆਦਮੀ ਪਾਰਟੀ ਨੂੰ 92 ਸੀਟਾਂ ਐਮਐਲਏ ਦਿੱਤੇ, ਜੀ 92 ਸੀਟਾਂ ਤੇ ਆਮ ਆਦਮੀ
ਤੇ ਹੁਣ ਕਈ ਥਾਵਾਂ ਤੇ ਲੋਕ ਜਦੋਂ ਮਤਲਬ ਕਿ ਨਹੀਂ ਹੁੰਦੇ ਤਾਂ ਮੱਥੇ ਤੇ ਹੱਥ ਮਾਰਦੇ। ਪਰ ਇੱਕ ਮੌਕਾ ਤਾਂ ਤੇ ਉਸ ਮੌਕੇ ਇਹਨਾਂ ਦੇ ਕੋਲ 5 ਸਾਲ ਉਹਦੇ ਵਿੱਚੋਂ ਅੱਗੇ ਲੋਕ ਸਭਾ ਦੀਆਂ ਸੀਟਾਂ ਵੀ ਆ ਸਕਦੀਆਂ। ਤੇ ਕੀ ਅਸੀਂ ਉੱਥੇ ਹੀ ਭਾਜਪਾ ਨੂੰ ਵੀ ਖੜਿਆ ਦੇਖ ਸਕਦੇ ਹਾਂ ਕਿ ਲੋਕ ਇੱਕ ਮੌਕਾ ਦੇ ਦੇਣ ਕਿ ਚਲੋ ਕੇਂਦਰ ਦੇ ਵਿੱਚ ਵੀ ਬੈਠੇ ਨੇ, ਇੱਥੇ ਵੀ ਬੈਠੇ ਨੇ। ਮੈਂ ਸਿਮਰਜੀਤ ਸਿੰਘ ਬੈਂਸ ਜਿਹੜੇ ਨੇ ਉਹਨਾਂ ਦੀ ਵੀ ਇੰਟਰਵਿਊ ਪੜ੍ਹ ਰਿਹਾ ਸੀ, ਉਹ ਕਹਿ ਰਹੇ ਸੀ ਕਿ ਭਾਜਪਾ ਜਿਹੜੀ ਆ ਉਹ ਪੰਜਾਬ ਦਾ ਕਰਜ਼ਾ ਲਾਹ ਸਕਦੀ ਹੈ। ਕੀ ਇਸ ਨੂੰ ਅਸੀਂ ਅੱਤਕਥ ਨਹੀਂ ਕਹਿ ਸਕਦੇ ਹਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਕੀ ਨਵਜੋਤ ਸਿੰਘ ਸਿੱਧੂ ਹੋ ਸਕਦਾ ਹੈ ਕਿ ਉਹ ਵੀ ਭਾਜਪਾ ਦੇ ਨਾਲ ਲੱਗ ਜਾਣ, ਕਿਉਂਕਿ ਕਿਸੇ ਦਾ ਕੋਈ ਭਰੋਸਾ ਨਹੀਂ ਕਿ ਮੁੱਖ ਮੰਤਰੀਸ਼ਿਪ ਇੱਕ ਕੁਰਸੀ ਦੇ ਉੱਤੇ ਦਬਦਬਾ ਬਣਾਉਣ ਦੇ ਲਈ, ਆਪਣਾ ਕਬਜ਼ਾ ਕਰਨ ਦੇ ਲਈ ਕੁਝ ਵੀ ਹੋ ਸਕਦਾ, ਕਿਸੇ ਵੇਲੇ ਕੋਈ ਵੀ ਪਲਟੀ ਮਾਰ ਸਕਦਾ। ਤੇ ਇਹਦੇ ਵਿਚਾਲੇ ਜਦੋਂ ਮੈਂ ਸਵਾਲ ਅਕਾਲੀ ਦਲ ਦਾ ਵੀ ਖੜਾ ਕੀਤਾ ਸੀਗਾ ਕਿ ਲੋਕ ਜਿਹੜੇ ਨੇ ਪੰਜਾਬ ਦੇ ਖਾਸ ਕਰ ਉਹ ਬੌਧਿਕ ਤੌਰ ਦੇ ਉੱਤੇ ਮਤਲਬ ਇੰਨੇ ਕੰਗਾਲ ਹੋ ਚੁੱਕੇ ਨੇ ਕਿ ਉਹ ਸਿਰਫ ਆਟਾ ਦਾਲ ਜਾਂ ਹੋਰ ਮੁਫਤਖੋਰੀ ਉਹਨਾਂ ਗੱਲਾਂ ਤੇ ਲੱਗੇ ਰਹਿਣਗੇ, ਜਾਂ ਉਹ ਇਸ ਸਿਆਸਤ ਨੂੰ ਸਮਝਣਗੇ ਕਿ ਉਹਨਾਂ ਦੇ ਹੱਥੋਂ ਇਹਨਾਂ ਕੁਰਸੀਆਂ ਦੇ ਨਾਲ ਨਾਲ ਕੀ ਕੀ ਖੁੱਸਦਾ ਜਾਂਦਾ। ਦੇਖੋ, ਪਹਿਲਾਂ ਤਾਂ ਮੈਂ ਸਹਿਮਤ ਨਹੀਂ ਵੀ ਪੰਜਾਬ ਦੇ ਲੋਕ ਇੰਨੇ ਕੰਗਾਲ ਨੇ ਬੌਧਿਕ ਤੌਰ ਤੇ ਵੀ, ਜਿੰਨੇ ਤੁਸੀਂ ਕਿਹਾ। ਜੇ ਇੰਨੇ ਕੰਗਾਲ ਹੁੰਦੇ ਤਾਂ ਆਪ ਪਾਰਟੀ ਨੂੰ ਵੋਟ ਨਹੀਂ ਪਾਉਂਦੇ ਸੀ। ਪੰਜਾਬ ਦੇ ਲੋਕ ਧਰਮ ਦੇ ਨਾਂ ਤੇ ਵੀ ਓਨੇ ਵੰਡੇ ਨਹੀਂ ਹੋਏ ਜਿੰਨੇ ਬਾਕੀ ਦੇਸ਼ ਦੇ ਲੋਕ ਵੰਡੇ ਹੋਏ ਨੇ। ਜੇ ਇਹ ਗੱਲ ਹੁੰਦੀ ਤਾਂ ਬੀਜੇਪੀ 6% ਵੋਟਾਂ ਤੇ ਨਹੀਂ ਰਹਿੰਦੀ ਸੀ ਜਿੰਨੀ ਡਿਵੀਜ਼ਨ ਕ੍ਰੀਏਟ ਕਰੀ ਸੀ। ਅਕਾਲੀ ਦਲ 18% ਵੋਟਾਂ ਤੇ ਨਹੀਂ ਰਹਿੰਦਾ ਸੀ, 11%। ਸੋ ਇਹ ਨਾ ਸੌਰੀ 18% ਤੇ ਨਹੀਂ ਰਹਿੰਦਾ ਸੀ। ਤੇ ਜੇ ਇਹ ਗੱਲ ਹੁੰਦੀ ਤੇ ਫਿਰ ਤਾਂ ਆਪ ਪਾਰਟੀ ਤਾਂ ਕਿਸੇ ਧਰਮ ਜਾਂ ਜਾਤ ਨਾਲ ਨਹੀਂ ਜੁੜੀ ਹੋਈ ਸੀ, ਧਰਮ ਜਾਤ ਦੀਆਂ ਜੁੜੀਆਂ। ਔਰ ਅਕਾਲੀ ਦਲ ਦਾ ਤਾਂ ਕੈਡਰ ਵੀ ਹੈਗਾ ਥੱਲੇ ਤੱਕ, ਅਕਾਲੀ ਦਲ ਦਾ ਥੱਲੇ ਤੱਕ ਕੈਡਰ ਹੈ, ਚਾਹੇ ਕੋਈ ਮੰਨੇ ਚਾਹੇ ਨਾ ਮੰਨੇ। ਅਜੇ ਬੀਜੇਪੀ ਦਾ ਨਹੀਂ ਹੋਣਾ ਹੈ, ਬੀਜੇਪੀ ਦਾ ਸ਼ਹਿਰਾਂ 'ਚ ਹੀ ਮਾੜਾ ਮੋਟਾ ਪ੍ਰਭਾਵ ਹੈ, ਪਿੰਡਾਂ 'ਚ ਵੀ ਥੋੜ੍ਹਾ ਬਹੁਤ ਗਏ ਨੇ ਉਹ, ਪਰ ਉਸ ਤਰੀਕੇ ਦਾ ਨਹੀਂ ਹੈ ਜਿਹੜਾ ਬਾਬਰ ਕੇ ਖੜੇ ਹੋਣ ਵਾਲਾ। ਬੀਜੇਪੀ ਦਾ ਕੈਡਰ ਬਹੁਤ ਥੋੜ੍ਹਾ ਹੈ, ਅਕਾਲੀਆਂ ਦਾ ਬਾਬਰ ਕੇ ਖੜੇ ਹੋਣ ਵਾਲਾ ਵੀ ਹੈ, ਇਹਦੇ ਬਾਵਜੂਦ ਨਹੀਂ ਮਿਲੀ। ਸੋ ਇਸ ਕਰਕੇ ਇਹਦਾ ਮਤਲਬ ਪੰਜਾਬ ਦੇ ਲੋਕ ਇੰਨੇ ਮਾੜੇ ਨਹੀਂ ਹੈਗੇ। ਪਰ ਹੁਣ ਜਿਹੜਾ ਤੁਹਾਡਾ ਸਵਾਲ ਹੈ ਵੀ ਹਾਂ ਜੀ ਇਹਨੂੰ ਵੀ ਮੌਕਾ ਦੇ ਕੇ ਦੇਖੋ, ਜਿਵੇਂ ਉਹਨਾਂ ਨੇ ਮਾਨ ਸਾਹਿਬ ਨੇ ਕਹਿਤਾ ਵੀ ਜੀ ਇਹ ਕਰਜ਼ਾ ਲਾ ਦੂ। ਹੁਣ ਇਸੇ ਗੱਲ ਨੂੰ ਜੇ ਅਸੀਂ ਮੰਨ ਲੈਂਦੇ ਹਾਂ ਤਾਂ ਇਹਦਾ ਮਤਲਬ ਤਾਂ ਫਿਰ ਸਾਡੇ 'ਚ ਬੜੀ ਕੰਗਾਲੀ ਹੈ। ਮੈਂ ਮੋਦੀ ਸਾਹਿਬ, ਹਾਂਜੀ ਮੈਂ ਕਹਿੰਦਾ ਕਿ ਇਹ ਸਿਮਰਜੀਤ ਸਿੰਘ ਬੈਂਸ ਨੇ ਕਿਹਾ। ਸੌਰੀ ਮਾਨ, ਮੈਂ ਗਲਤ ਕਹਿ ਗਿਆ, ਸਿਮਰਜੀਤ ਸਿੰਘ ਬੈਂਸ, ਉਹ ਬੈਂਸ ਭਰਾ ਵਾਲਾ LIP ਵਾਲੇ। ਹਾਂਜੀ ਸੌਰੀ, ਨਹੀਂ ਗਲਤ ਕਹਿ ਗਿਆ, ਮਾਨ ਕਹਿ ਗਿਆ ਮੈਂ, ਦਿਮਾਗ 'ਚ ਉਹੀ ਸੀ ਬੈਂਸ, ਸੌਰੀ, ਲੁਧਿਆਣੇ ਵਾਲੇ। ਕਿ ਉਹਨਾਂ ਦਾ ਇਹ ਕਹਿਣਾ, ਇਹਦਾ ਮਤਲਬ ਹੈ ਵੀ ਅਸੀਂ ਤਾਂ ਦੇਖਦੇ ਹੀ ਨਹੀਂ ਕੋਈ ਵੀ, ਅਸੀਂ ਤਾਂ ਆਪਦੀ ਮਰਜ਼ੀ ਨਾਲ ਸਟੇਟਮੈਂਟ ਦਿੰਦੇ ਹਾਂ। ਜਿੱਦੇ ਮੋਦੀ ਸਾਹਿਬ ਆਏ ਸੀਗੇ, ਦੇਸ਼ ਭਰ ਦਾ ਵੀ ਤਾਂ ਕਰਜ਼ਾ ਹੈ ਨਾ। ਜਿੱਦੇ ਮੋਦੀ ਸਾਹਿਬ ਆਏ ਸੀ ਉਦੇ 55 ਲੱਖ ਕਰੋੜ ਦਾ ਕਰਜ਼ਾ ਸੀ ਭਾਰਤ ਜੁਮੇ। ਅੱਜ ਰਫਲੀ 1,60,000 ਕਰੋੜ ਦਾ ਹੈ। 3 ਗੁਣਾ ਕਰਜ਼ਾ ਮੋਦੀ ਸਾਹਿਬ ਦੇ ਆਏ ਤੋਂ ਹੋਇਆ ਅਗਲੇ ਪਿਛਲੇ 10 ਸਾਲਾਂ 'ਚ। ਜਿਹੜੇ ਪੂਰੇ ਮੁਲਕ 'ਚ ਜਿਹਦੇ ਸਰੋਤ ਵੱਧ ਤੋਂ ਵੱਧ ਉਹਨਾਂ ਦੇ ਹੱਥ 'ਚ ਨੇ, ਜਿੱਥੇ 22 ਲੱਖ 20 ਲੱਖ ਕੱਲਾ GST ਦਾ ਇਕੱਠਾ ਹੋ ਰਿਹਾ ਕਹਿੰਦੇ ਨੇ, ਤੇ ਉਹ ਉਸ ਮੁਲਕ ਦੇ ਵਿੱਚ ਜੇ ਕਰਜ਼ਾ 10 ਸਾਲਾਂ 'ਚ 3 ਗੁਣਾ ਹੋ ਗਿਆ ਤੇ ਪੰਜਾਬ ਦਾ ਜਿਹੜਾ 3.5 ਲੱਖ ਹੋਣ ਦੇ ਨੇੜੇ ਪਹੁੰਚਣ ਵਾਲਾ ਹੈ, ਉਹਦਾ ਕਿਵੇਂ ਲਾ ਦੇਣਗੇ? ਪਹਿਲੀ ਗੱਲ। ਹਾਂ, ਉਹ ਜਿਵੇਂ ਨੋਟਬੰਦੀ ਕਰੀ ਸੀ, ਉਹ ਨੋਟ ਛਾਪ ਕੇ ਹੋਰ ਦੇ ਦੋ, ਕਹਿ ਦੋ ਕਰਜ਼ਾ ਲੈ ਗਏ, ਉਹ ਗੱਲ ਵੱਖਰੀ ਹੈ। ਕਰਜ਼ਾ ਲਾਉਣ ਦਾ ਮਤਲਬ ਹੁੰਦਾ ਅਸਲੀਅਤ 'ਚ ਕਰਜ਼ਾ ਲਾਉਣਾ, ਨਾ ਕਿ ਐਂ ਕਰਜ਼ਾ ਲਾਉਣਾ। ਮਾਫ ਕਰਤਾ ਜੀ, ਛੱਡਤਾ ਜੀ, ਉੱਥੋਂ ਦੇਤਾ ਜੀ, ਗ੍ਰਾਂਟ ਦੇਤੀ। ਮੰਨ ਲਓ ਕੇਂਦਰ 'ਚੋਂ ਗ੍ਰਾਂਟ ਦੇਤੀ, ਉਹ ਕੇਂਦਰ ਜਿਵੇਂ ਚੜ੍ਹ ਜੂਗਾ। ਇਹ ਉਹੀ ਜੀ ਗੱਲ ਹੈ ਜਦ ਕੋਈ ਬੰਦਾ ਕਿਸੇ ਦੇ ਘਰ ਰੋਟੀ ਖਾ ਕੇ ਕਹਿੰਦੇ ਆਪਾਂ ਤਾਂ ਮੁਫਤ ਦੀ ਰੋਟੀ ਖਾ ਲਈ। ਉਹ ਰੋਟੀ ਮੁਫਤ ਦੀ ਨਹੀਂ, ਸਿਰਫ ਉਹਨੂੰ ਪੈਸੇ ਨਹੀਂ ਦੇਣੇ ਪਏ। ਰੋਟੀ 'ਚ ਤਾਂ ਪੈਸੇ ਲੱਗਣੇ ਹੀ ਲੱਗਣੇ ਨੇ, ਕਿਸੇ ਦੇ ਤਾਂ ਲੱਗਣਗੇ ਉਹਦੇ ਤੇ। ਸੋ ਇਹ ਗੱਲ ਨੂੰ ਸਾਨੂੰ ਸਮਝਣ ਦੀ ਲੋੜ ਹੈ। ਇਹ ਉਹੀ ਜੀ ਮੈਂ ਕਹਾਂਗਾ ਗੱਲ ਹੈ ਬੈਂਸ ਸਾਹਿਬ ਦੀ, ਜਿਹਦੇ ਵਿੱਚ ਵੀ ਤੁਸੀਂ ਅੱਖਾਂ ਮੀਚ ਕੇ ਕਹਿ ਦਿੰਦੀਆਂ ਗੱਲ, ਆਪਾਂ ਨੂੰ ਲੈਣਾ ਕੀ ਹੈ। ਹੁਣ ਦੂਜਾ ਪਾਸਾ ਇਹ ਹੈ ਕਿ ਬੀਜੇਪੀ ਤਾਂ ਕੋਸ਼ਿਸ਼ ਕਰ ਹੀ ਰਹੀ ਹੈ। ਜੇ ਬੀਜੇਪੀ ਨੂੰ ਆਪਣੇ ਆਪ ਨੂੰ ਵੀ ਇਹਦੀ ਅਸੈਸਮੈਂਟ ਇਹ ਹੁੰਦੀ, ਬੀਜੇਪੀ ਦੀ ਅੱਜ ਨੈਸ਼ਨਲ ਲੈਵਲ ਦੇ ਉੱਤੇ, ਆਪ ਦੀ ਨੈਸ਼ਨਲ ਲੈਵਲ ਤੇ ਕੋਈ ਬੇਰੁਮਤੀ ਨਹੀਂ ਹੋਈ ਸੀ ਜਿਹਨੂੰ ਵੋਟ ਪਾਈ ਹੈ। ਨੈਸ਼ਨਲ ਲੈਵਲ ਤੇ ਆਪ ਦੀ ਦਿੱਲੀ ਦੇ ਵਿੱਚ ਉਹਨਾਂ ਦੀ ਕੋਈ ਐਂ ਨਹੀਂ ਹੋਈ ਸੀ ਵੀ ਦਿੱਲੀ 'ਚ ਇਹਨਾਂ ਦੀ ਸਰਕਾਰ ਬਹੁਤ ਮਾੜੀ ਹੈ।
ਚੰਗੀ ਨਾ ਕਹਿੰਦੇ ਹੁਣ ਲੋਕ। ਤੇ ਦੂਜੀ ਗੱਲ, ਭਗਵੰਤ ਮਾਨ ਨੂੰ ਲੋਕ ਅੱਛਾ ਲੀਡਰ ਮੰਨਦੇ ਸੀ। ਜੇ ਭਗਵੰਤ ਮਾਨ ਨੂੰ ਆਪ ਵਾਲੇ ਨਾ ਬਣਾਉਂਦੇ ਤਾਂ ਸ਼ਾਇਦ ਉਹ ਨਾ ਜਿੱਤਦੇ ਉਸ ਤਰੀਕੇ ਨਾਲ। ਅਗਲੀ ਗੱਲ, ਜੇ ਕਾਂਗਰਸੀ ਵੀ ਇਕੱਠੇ ਹੁੰਦੇ, ਜੇ ਤਾਂ ਬਹੁਤ ਹੁੰਦੀ ਆ, ਪਰ ਅਸੈਸਮੈਂਟ ਤਾਂ ਇਤਿਹਾਸ ਦੇ ਇੱਦਾਂ ਹੀ ਕਰਦੇ ਆ ਨਾ ਆਪਾਂ। ਕਾਂਗਰਸੀ ਜੇ ਇੱਕ ਦੂਜੇ ਨੂੰ ਹਰਾਉਣ ਤੇ ਨਾ ਤੁਰਦੇ ਤਾਂ ਵੀ ਆਪ ਵਾਲਿਆਂ ਦਾ ਇਹ ਐਡੀ ਵੱਡੀ ਜਿੱਤ ਨਹੀਂ ਹੋਣੀ ਸੀ। ਠੀਕ ਹੈ। ਹੁਣ ਕਾਂਗਰਸੀ ਉਦੋਂ ਵੀ ਮਾੜਾ ਹਾਲ ਕਰੀ ਜਾਂਦੇ। ਸੋ ਕਾਂਗਰਸ ਦਾ ਤਾਂ ਪੰਜਾਬ 'ਚ ਮੈਨੂੰ ਲੱਗਦਾ ਨਹੀਂ ਵੀ ਕੋਈ ਬਹੁਤ ਜ਼ਿਆਦਾ ਹੋਵੇਗਾ। ਨਵਜੋਤ ਸਿੱਧੂ ਬੀਜੇਪੀ ਜਾਂਦੇ ਨੇ, ਨਹੀਂ ਜਾਂਦੇ, ਕੀ ਕਰਦੇ ਨੇ। ਨਵਜੋਤ ਸਿੱਧੂ ਜਾ ਰਹੇ ਨੇ, ਹੋਰ ਜਾ ਰਹੇ ਨੇ, ਸਾਰੇ ਲੋਕ ਜੇ ਇਕੱਠੇ ਹੋ ਜਾਣ, ਇਕੱਠੇ ਤਾਂ ਕੋਈ ਵੀ ਇਕੱਠੇ ਹੋ ਕੇ ਕੁਛ ਨਾ ਕੁਛ ਟੈਂਪਰੇਰੀ ਤੌਰ 'ਤੇ ਕਰ ਹੀ ਲੈਂਦਾ। ਫਿਰ ਤਾਂ ਬੀਜੇਪੀ ਕੀ, ਫਿਰ ਤਾਂ ਉਹੀ ਵਿਅਕਤੀ ਹੋ ਗਏ ਨਾ ਲੋਕਾਂ ਦੇ ਵਾਸਤੇ। ਪਰ ਜੇ ਕੋਈ ਕਹੇ ਵੀ ਉਸ ਤਰੀਕੇ ਨਾਲ ਕੋਈ ਬਦਲਾਅ ਕਰ ਦੇਣਗੇ, ਬੀਜੇਪੀ ਦੀ ਸੋਚ ਤਾਂ ਨਹੀਂ ਨਾ ਬਦਲ ਸਕਦੀ, ਆਰਐਸਐਸ ਦੀ ਸੋਚ ਤਾਂ ਨਹੀਂ ਨਾ ਬਦਲ ਸਕਦੀ ਪੰਜਾਬ ਪ੍ਰਤੀ। ਉਹ ਜਿਹੜੀ ਸੋਚ ਆ ਉਹ ਤਾਂ ਜਾਖੜ ਸਾਹਿਬ ਨੇ, ਮੈਂ ਤੁਹਾਨੂੰ ਪਹਿਲਾਂ ਕਹਿ ਪੇਸ਼ ਕਰਤੀ ਵੀ ਹਿੰਦੀ ਬੋਲ ਕੇ, ਉਹ ਤਾਂ ਸਾਰੇ ਭਗਵਾਂ ਕਰਨ ਹੋਊਗਾ। ਜੇ ਪੰਜਾਬੀਆਂ ਨੂੰ ਭਗਵਾਂ ਕਰਨ ਮਨਜ਼ੂਰ ਹੈ ਫਿਰ ਹੋ ਜਾਊਗਾ। ਅੰਗਰੇਜ਼ ਦਾ ਰਾਜ ਵੀ ਤਾਂ ਆ ਹੀ ਗਿਆ ਸੀ ਨਾ। ਤੇ ਉਹਦੇ ਵਿੱਚ 57 ਦਾ ਜਿਹੜੀ ਲੜਾਈ ਸੀ, ਉਹਦੇ 'ਚ ਬਹੁਤ ਸਾਰੇ ਸਿੱਖਾਂ ਨੇ ਅੰਗਰੇਜ਼ ਦੇ ਹੱਕ 'ਚ ਖੜੇ ਰਹੇ ਸੀਗੇ। ਬਹੁਤ ਸਾਰੇ ਉਲਟ ਵੀ ਸੀਗੇ, ਹਾਲਾਂਕਿ ਕਿਹਾ ਤਾਂ ਇਹ ਜਾਂਦਾ ਵੀ ਸਾਰੇ ਸਿੱਖ ਨਾਲ ਸੀ, ਉਹਦੇ ਗਦਰ ਦੇ ਉਲਟ ਸੀਗੇ, ਪਰ ਨਹੀਂ, ਐਸਾ ਨਹੀਂ ਸੀ। ਬੀਜ ਨਾਸ ਕਿਸੇ ਚੀਜ਼ ਦਾ ਨਹੀਂ ਹੁੰਦਾ। ਸੋ ਆਪਾਂ ਇਸ ਗੱਲ ਨੂੰ ਜੇ ਸਮਝੀਏ ਤਾਂ ਅੱਜ ਉਹ ਅਕਾਲੀ ਦਲ ਨਾਲ ਜਿਹੜਾ ਸਮਝੌਤਾ ਬੀਜੇਪੀ ਕਰਨ ਦੀ ਤਿਆਰੀ 'ਚ ਹੈ, ਔਰ ਜਿਹੜੀ ਅਕਾਲੀ ਦਲ ਹੈ ਉਹ ਤਾਂ ਤਰਲੋ ਮੱਛੀ ਹੋ ਰਿਹਾ ਸੀ ਪਹਿਲਾਂ ਹੀ। ਅਕਾਲੀ ਦਲ ਤਾਂ ਕਿਉਂਕਿ ਹੁਣ 10 ਸਾਲ ਹੋ ਗਏ ਉਹਨਾਂ ਨੂੰ ਬਿਨਾਂ ਤਾਕਤ ਦੇ, ਉਹ ਰਹਿ ਨਹੀਂ ਸਕਦਾ। ਵੋਟ ਪਰਸੈਂਟੇਜ ਉਹਨਾਂ ਦੀ ਇੰਨੀ ਥੱਲੇ ਆਈ ਜਾ ਰਹੀ ਹੈ, ਜਿਹਦੇ ਵਿੱਚ ਅੱਗੇ ਦੁਬਾਰਾ ਉਹਨਾਂ ਦੇ ਉੱਤੇ, ਹਾਲਾਂਕਿ 18% ਵੋਟ ਘੱਟ ਨਹੀਂ ਹੁੰਦੀ, ਪਰ ਫਿਰ ਵੀ ਉਹਨਾਂ ਨੂੰ ਐਂ ਲੱਗਦਾ ਵੀ ਅਸੀਂ ਤਾਂ ਗਏ। ਪਿਛਲੀ ਵਾਰੀ ਉਹਨਾਂ ਦੇ ਐਮਐਲਏ 15 ਤੇ ਅੱਜ 3 ਰਹਿ ਗਏ। ਤੇ ਹੁਣ ਅਗਲੇ ਨੂੰ ਐਂ ਲੱਗਦਾ ਕਿਉਂਕਿ ਉਹ ਜਿਹੜੇ ਪੰਜਾਬ ਦੇ ਮੁੱਦੇ ਨੇ ਉਹਨੂੰ ਤਾਂ ਅਕਾਲੀ ਦਲ ਲੈਣ ਨੂੰ ਤਿਆਰ ਨਹੀਂ। ਅੱਜ ਅਸੀਂ ਸਿਰਫ ਜੋੜ ਤੋੜ ਦੀ ਨੀਤੀ ਨਾਲ ਸਾਰਾ ਮਸਲਾ ਹੱਲ ਕਰਨਾ ਚਾਹੁੰਦੇ ਹਾਂ। ਜਿਵੇਂ ਕਿਸੇ ਦੇ ਜਿਵੇਂ ਕੋਈ ਕਰਜ਼ਾ ਹੋਵੇ, ਉਹ ਕਰਜ਼ਾ ਤਾਂ ਇਸ ਕਰਕੇ ਪ੍ਰਬੰਧ ਉਹਦਾ ਮਾੜਾ ਹੈ, ਉਹ ਪ੍ਰਬੰਧ ਠੀਕ ਕਰਨ ਦੀ ਬਜਾਏ ਇੱਧਰੋਂ ਪੈਸਾ ਲਾਏ, ਉੱਧਰੋਂ ਲਾਏ, ਉਹਨੂੰ ਕਹੋ ਵੀ ਤੂੰ ਐ ਕੋਈ ਨਹੀਂ, ਅਜੇ ਦੇਰ ਨਾਲ ਲੈਣੀ ਕਰਜ਼ਾ, ਉਸ ਹਿਸਾਬ ਨਾਲ ਆਪਦੇ ਆਈ ਚਲਾਈ ਜੀ ਚਲਾਵੇ। ਇਹ ਉਹੋ ਜਿਹਾ ਕੰਮ ਕਰ ਰਹੇ ਨੇ। ਇਹ ਨਹੀਂ ਕਰ ਰਹੇ ਵੀ ਅਕਾਲੀ ਦਲ ਨੂੰ ਮੁੜ ਸਰਜੀਤ ਕਰਨਾ, ਕਿਉਂਕਿ ਮੈਨੂੰ ਲੱਗਦਾ ਹੈ ਵੀ ਹੁਣ ਇਹਨਾਂ 'ਚ ਹਿੰਮਤ ਹੀ ਨਹੀਂ ਰਹੀ ਕਿ ਅਸੀਂ ਪੰਜਾਬ ਦੇ ਲੋਕਾਂ 'ਚ ਕੋਈ ਮੋਰਚਾ ਪੰਜਾਬ 'ਚ ਲਾ ਸਕਦੇ ਹਾਂ। ਮੋਰਚਾ ਲਾਉਣ ਦੀ ਇਹਨਾਂ ਦੀ ਹਿੰਮਤ ਹੈ ਨਹੀਂ। ਮੋਰਚੇ ਤੋਂ ਬਿਨਾਂ, ਯਾਨੀ ਕਿ ਕੋਈ ਲਹਿਰ ਤੋਂ ਬਿਨਾਂ ਪੰਜਾਬ ਦਾ ਹੁਣ ਸੁਧਾਰ ਨਹੀਂ ਹੋਣਾ, ਕਿਉਂਕਿ ਪਾਣੀ ਬਹੁਤ ਗੰਦਲਾ ਹੋ ਗਿਆ। ਹੁਣ ਜਿਹੜਾ ਤੁਹਾਡਾ ਸਵਾਲ ਹੈ ਵੀ ਇਹ ਬੀਜੇਪੀ ਨਾਲ ਤਾਂ ਇਹਨਾਂ ਦਾ ਹੋ ਹੀ ਗਿਆ ਮੋਟੇ ਤੌਰ ਤੇ। ਜਦ ਇਹ ਸਾਰੀਆਂ ਗੱਲਾਂ ਐਵੇਂ ਨਹੀਂ ਬਾਹਰ, ਜਾਖੜ ਸਾਹਿਬ ਦੀ ਤਾਂ 2 ਦਿਨ ਪਹਿਲਾਂ ਹੀ ਆਉਣ ਲੱਗੀ ਸੀ ਨਾ ਗੱਲ, ਔਰ ਕਾਫੀ ਦੇਰ ਤੋਂ ਚੱਲ ਰਹੀ ਸੀ। ਇਹ ਕੋਈ ਐਂ ਨਹੀਂ ਵੀ 2 ਦਿਨ ਪਹਿਲਾਂ ਤਾਂ ਜ਼ਿਆਦਾ ਪੱਕੀ ਆਉਣ ਲੱਗੀ, ਕਾਫੀ ਦੇਰ ਤੋਂ ਚੱਲ ਰਹੀ ਸੀ ਵੀ ਜਾਖੜ ਸਾਹਿਬ ਨੂੰ ਬਣਾ ਰਹੇ ਨੇ। ਕਿਉਂਕਿ ਉਹਨੇ ਉੱਥੇ ਆਪਣਾ ਉਹਨਾਂ ਨੇ ਮਿਲਾਇਆ, ਤੇ ਅੰਗਰੇਜ਼ੀ ਚੰਗੀ ਬੋਲ ਲੈਂਦੇ ਨੇ। ਉਹ ਕਈ ਵਾਰੀ ਐਸਾ ਵੀ ਹੁੰਦਾ ਨਾ, ਫੋਰਨ ਭਾਸ਼ਾ, ਇਹ ਤਾਂ ਗੱਲਾਂ ਕਹਿਣ ਦੀਆਂ ਹੁੰਦੀਆਂ ਨੇ ਵੀ ਅਸੀਂ ਹਿੰਦੀ ਦੇ ਪ੍ਰੇਮੀ ਆ। ਇੱਥੇ ਇਹਨਾਂ ਦੀ ਇੱਕ ਐਮਐਲਏ ਹੁੰਦੀ ਸੀ, ਮਿਨਿਸਟਰ ਸੀਗੇ, ਉਹ ਕਿਹਾ ਕਰਨ ਇਹ ਤਾਂ ਹਿੰਦੀ ਅਖਬਾਰ 'ਚ ਖਬਰ ਲੱਗੀ, ਅੰਗਰੇਜ਼ੀ 'ਚ ਲਗਵਾਓ। ਆਪ ਉਹ ਹਿੰਦੀ 'ਚ ਫਾਈਲਾਂ 'ਤੇ ਵੀ ਲਿਖਦੇ ਸੀ। ਸੋ ਇਸ ਕਰਕੇ ਨਾ ਹਿੰਦੀ ਪ੍ਰੇਮ ਤਾਂ ਐਵੇਂ ਦਿਖਾਵੇ ਦਾ ਹੀ ਹੈ, ਝੂਠਾ। ਪੰਜਾਬੀਆਂ ਦਾ ਵੀ ਪੰਜਾਬੀ ਵਾਲਾ ਪ੍ਰੇਮ ਉਹੀ ਜਿਹਾ ਬਹੁਤਿਆਂ ਦਾ, ਤੇ ਉਹ ਵੀ ਗੁਰਮੁਖੀ ਲਿਪੀ 'ਚ ਅੰਗਰੇਜ਼ੀ ਲਿਖ ਕੇ ਖੁਸ਼ ਹੁੰਦੇ ਨੇ। ਅਕਾਲੀਆਂ ਦੀ ਜਿਹੜੀ ਉਹ ਤਰਲੋ ਮੱਛੀਪਣਾ ਹੈ, ਉਹਦੇ ਵਿੱਚ ਜਿਹੜੀ ਬੀਜੇਪੀ ਨੇ ਆਪਦੀ ਸੌਦੇਬਾਜ਼ੀ ਵਧਾਉਣੀ ਹੈ। ਸੌਦੇਬਾਜ਼ੀ ਵਧਾਉਣ ਵਾਸਤੇ ਆਪਦੀ ਤਾਕਤ ਉਹਨਾਂ ਨੇ ਟੈਸਟ ਕਰ ਲਈ। ਲਾਲਪੁਰਾ ਸਾਹਿਬ ਉਹਨਾਂ ਕੋਲ ਸੀਗੇ, ਕੈਪਟਨ ਸਾਹਿਬ ਉਹਨਾਂ ਕੋਲ ਚਲੇ ਗਏ ਸੀ, ਤੇ ਜਾਖੜ ਸਾਹਿਬ ਵੀ ਉਹਨਾਂ ਕੋਲ ਸੀਗੇ। ਸਾਰੇ ਇੰਨਾ ਕੁਝ ਹੋਣ ਦੇ ਬਾਵਜੂਦ ਜਿਹੜੀ ਉਹਨਾਂ ਨੂੰ ਜਲੰਧਰ ਦੇ ਵਿੱਚ ਜਿਮਨੀ ਚੋਣ 'ਚ ਵੀ ਜਿਹੜੀ ਵੋਟ ਉਹਨਾਂ ਨੂੰ ਮਿਲੀ ਆ, ਉਹ ਵੋਟ ਉਹੀ ਹੈ ਜਿਹੜੀ ਪਹਿਲਾਂ ਹੀ ਉਹ ਲੈਂਦੇ ਰਹੇ ਨੇ। ਤੇ ਜਾਂ ਥੋੜੀ ਜੀ ਜਿਹੜੀ ਵੋਟ ਕਾਂਗਰਸ ਦੀ ਟੁੱਟ ਕੇ ਉਹਨਾਂ ਨੂੰ ਗਈ ਹੈ, ਹੋਰ ਤਾਂ ਵੋਟ ਉਹਨਾਂ ਨੂੰ ਮਿਲੀ ਨਹੀਂ। ਸੋ ਇਸ ਕਰਕੇ ਇਹ ਸਮਝਣਾ, ਬਾਕੀ ਜੋੜ ਕਦੇ ਗਣਿਤਕ ਨਹੀਂ ਹੁੰਦਾ ਵੀ ਮੈਥੇਮੈਟਿਕਲੀ ਦੋਹਾਂ ਦੀਆਂ ਵੋਟਾਂ ਜੋੜ ਦੋ ਤੇ ਉਹਦੇ ਨਾਲ ਉਹ ਜਿੱਤ ਜਾਂਦੇ ਨੇ। ਕਈ ਵਾਰੀ 2 ਜੋੜ ਕੇ 2 ਤੇ 2 5 ਵੀ ਹੋ ਜਾਂਦੇ ਨੇ ਵੋਟਾਂ 'ਚ, 2 ਤੇ 2 3 ਵੀ ਰਹਿ ਜਾਂਦੇ ਨੇ। ਇਹ ਜੋੜ ਤੋੜ ਐ ਨਹੀਂ ਹੁੰਦੇ ਵੀ ਬਸ ਜਮਾ ਕਰ ਲਿਆ ਇਹ ਪੂਰਾ ਹੋ ਗਿਆ। ਹਾਂ, ਜੇ ਦੋਹਾਂ ਦੀਆਂ ਵੋਟਾਂ ਜੋੜ ਕੇ ਉਹਨਾਂ ਨੂੰ 1.5 ਗੁਣਾ ਹੋਣ, ਫਿਰ ਲੱਗਦਾ ਵੀ ਹੁਣ ਇਹ ਜਿੱਤਦੇ ਪੱਕਾ ਜੇ ਇਕੱਠੇ ਹੁੰਦੇ, ਕਿਉਂਕਿ ਇੰਨਾ ਫਰਕ ਨਹੀਂ ਪੈਂਦਾ ਹੁੰਦਾ। ਸੋ ਇਸ ਕਰਕੇ ਅਕਾਲੀਆਂ ਨੂੰ ਹੁਣ ਜਿਵੇਂ ਉਹ ਕੋਸ਼ਿਸ਼ ਕਰ ਰਹੇ ਨੇ, ਕੋਸ਼ਿਸ਼ ਦੇ ਵਿੱਚ ਬੜਾ ਰੌਲਾ ਪੈ ਰਿਹਾ ਹੈ
ਔਰ ਕੁਛ ਹੱਦ ਤੱਕ ਇਹ ਗੱਲ ਠੀਕ ਵੀ ਹੈ ਵੀ 7 ਅਕਾਲੀਆਂ ਨੂੰ 6 ਬੀਜੇਪੀ ਲੈ ਲਏ। ਪਹਿਲਾਂ 3 ਹੁੰਦੀਆਂ ਸੀ ਸੀਟਾਂ, ਤੇ ਹੁਸ਼ਿਆਰਪੁਰ, ਗੁਰਦਾਸਪੁਰ ਤੇ ਅੰਮ੍ਰਿਤਸਰ ਉਹ ਲੈਂਦੇ ਰਹੇ ਨੇ, ਜਿੱਤਦੇ ਰਹੇ ਨੇ। ਬੜੇ ਪੁਰਾਣੇ ਸਮੇਂ ਤੋਂ ਸੀਟਾਂ ਇਹ ਕਈ ਵਾਰੀ ਲੜਦੇ ਵੀ ਰਹੇ ਨੇ, ਟੰਡਨ ਸਾਹਿਬ ਵੀ ਲੜਦੇ ਰਹੇ ਨੇ, ਹੋਰ ਵੀ। ਤੇ ਦੂਜਾ ਉਹਨਾਂ ਦਾ ਇਹ ਰਿਹਾ ਹੈ ਕਿ ਹੁਣ ਉਹ ਦੁਆਬੇ ਦੇ ਵਿੱਚ ਸੀਟਾਂ ਹੋਰ ਵੀ ਹੈ, ਜਲੰਧਰ ਵਾਲੀ ਤੇ ਮਾਲ ਵਿੱਚ ਲੁਧਿਆਣੇ ਵਾਲੀ ਵੀ ਲੈਣ ਦੀ ਉਸ 'ਚ ਨੇ, ਖੁਰਾਕ 'ਚ। ਜੇ ਉਹ 5 ਸੀਟਾਂ ਲੈ ਵੀ ਲੈਂਦੇ ਨੇ ਤੇ 7 ਸੀਟਾਂ ਅਕਾਲੀ ਦਲ ਲੈ ਲੈਂਦਾ, ਇੱਕ ਉਹ ਬਸਪਾ ਦੇ ਨਾਲੋਂ ਨਹੀਂ ਜੇ ਤੋੜਦੇ, ਇੱਕ ਉਹਨਾਂ ਨੂੰ ਦੇ ਦਿੰਦੇ ਨੇ, ਤੇ ਠੀਕ ਹੈ, ਕੋਈ ਖਾਸ ਗੱਲ ਨਹੀਂ ਹੈ, ਇਹ ਹੋ ਸਕਦਾ ਹੈ। ਉਹਦੇ ਵਿੱਚ ਉਹਨਾਂ ਨੂੰ ਇਹ ਉਮੀਦ ਇਹ ਨਹੀਂ ਰੱਖਣੀ ਚਾਹੀਦੀ ਵੀ ਇਕੱਠ ਕਰਕੇ ਉਹਨਾਂ ਹੋਊਗਾ। ਅਕਾਲੀ ਤੇ ਬੀਜੇਪੀ ਦੇ ਇਕੱਠੇ ਹੋਣ ਦੇ ਬਾਵਜੂਦ ਕਾਂਗਰਸ ਜਿੱਤੀ ਰਹੀ ਹੈ। ਅਕਾਲੀ ਬੀਜੇਪੀ ਤਾਂ ਟੁੱਟੇ ਹੁਣ ਨੇ, ਉਦੋਂ 2020 ਚ ਟੁੱਟੇ ਨੇ, ਕਰੋਨਾ ਕਾਲ ਦੇ ਵੇਲੇ ਕਿਸਾਨੀ ਬਿਲਾਂ ਕਰਕੇ, ਨਹੀਂ ਤਾਂ ਇਕੱਠੇ ਰਹੇ ਨੇ। ਜੇ ਇਕੱਠੇ ਰਹੇ ਨੇ ਤਾਂ ਫਿਰ 9-9 ਸੀਟਾਂ ਕਾਂਗਰਸ ਦੀਆਂ ਕਿਵੇਂ ਆਉਂਦੀਆਂ ਨਹੀਂ ਨੇ, 7-7 ਕਿਵੇਂ ਆਉਂਦੀਆਂ ਨਹੀਂ ਨੇ ਪਾਰਲੀਮੈਂਟ ਦੇ ਵਿੱਚ ਵੀ? ਇਕੱਠੇ ਤਾਂ ਹੈਗੇ ਸੀ ਨਾ, ਔਰ ਇੰਨਾ ਜ਼ਿਆਦਾ ਫਰਕ ਵੀ ਨਹੀਂ ਸੀ। ਹੁਣ ਕੋਈ ਇਹ ਕਹਿ ਸਕਦਾ ਵੀ ਕਿਉਂਕਿ ਕਾਂਗਰਸੀ ਬਹੁਤ ਸਾਰੇ ਉੱਧਰ ਚਲੇ ਗਏ ਵੀ ਤਾਂ ਫਰਕ ਸ਼ਾਇਦ ਪੈ ਜੇ। ਸੋ ਇਸ ਕਰਕੇ ਇਹ ਉਮੀਦ ਕਰਨੀ ਵੀ ਇਹ ਪੂਰਾ ਸਵੀਪ ਕਰ ਜਾਣਗੇ, ਇਹ ਕੋਈ ਵੀ ਸੀਟ ਨਹੀਂ ਛੱਡਣਗੇ, ਇਹ ਮੈਨੂੰ ਥੋੜ੍ਹੀ ਜਿਹੀ ਅਤਕਥਨੀ ਲੱਗਦੀ ਹੈ। ਕਿਉਂਕਿ ਕਾਂਗਰਸ ਬਿਲਕੁਲ ਟੋਟਲ ਨਹੀਂ ਖਤਮ ਹੋਈ, ਪਰ ਜਿੱਦਾਂ ਦਾ ਹਾਲ ਹੈ ਕਾਂਗਰਸ ਦਾ, ਜੇ ਇਹੀ ਰਹੂਗਾ, ਜਾਂ ਜਿਵੇਂ ਤੁਸੀਂ ਕਹਿੰਦੇ ਵੀ ਜੇ ਉਹ ਚਲਿਆ ਗਿਆ, ਉਹ ਚਲੇ ਜਾਂਦੇ ਨੇ ਕੱਲ੍ਹ ਨੂੰ, ਕਿਉਂਕਿ ਭਵਿੱਖ ਦੇ ਗਰਭ ਵਿੱਚ ਕੀ ਹੁੰਦਾ ਹੈ ਇੱਥੇ ਕੋਈ ਕਹਿਣਾ ਬਹੁਤ ਮੁਸ਼ਕਿਲ ਹੈ। ਵੈਸੇ ਮੈਨੂੰ ਲੱਗਦਾ ਹੈ ਵੀ ਤੁਹਾਡਾ ਵਿਚਾਰ ਹੈਗਾ, ਗਲਤ ਹੋ ਸਕਦਾ, ਪਰ ਜਿੰਨਾ ਕੁ ਮੈਂ ਨਵਜੋਤ ਸਿੱਧੂ ਨੂੰ ਮਿਲ ਕੇ ਦੇਖਿਆ, ਮੈਨੂੰ ਲੱਗਦਾ ਵੀ ਹੁਣ ਉਹ ਜਾਣਗੇ ਨਹੀਂ ਬੀਜੇਪੀ। ਜੇ ਜਾਣਗੇ ਤਾਂ ਉੱਥੇ ਵੀ ਉਹਨਾਂ ਦਾ ਕੋਈ ਦਾਲ ਬਹੁਤੀ ਗਲਣੀ ਨਹੀਂ ਹੈ। ਇਹ ਭੁਲੇਖਾ ਨਹੀਂ ਰੱਖਣਾ ਚਾਹੀਦਾ ਵੀ ਉੱਥੇ ਜਾ ਕੇ ਜੇ ਉਹਨਾਂ ਨੂੰ ਭੁਲੇਖਾ ਹੋਵੇ ਨਾ ਵੀ ਮੈਂ ਮੁੱਖ ਮੰਤਰੀ ਬਣ ਜਾਊਂ, ਇਹ ਭੁਲੇਖਾ ਕੱਢ ਦੇਣਾ ਚਾਹੀਦਾ ਮਨ ਚੋਂ। 2 ਨੰਬਰ ਦਾ ਬਣ ਕੇ ਰਹਿਣਾ ਹੋਵੇ ਤਾਂ ਰਹਿ ਸਕਦੇ ਨੇ, ਤੇ ਉੱਥੇ ਮੈਨੂੰ ਨਹੀਂ ਲੱਗਦਾ ਵੀ ਉਹਨਾਂ ਦੀ ਕੋਈ ਬਹੁਤੀ ਦਾਲ ਗਲੇਗੀ। ਹਾਂਜੀ ਡਾਕਟਰ ਸਾਹਿਬ, ਮੇਰਾ ਆਖਰੀ ਸਵਾਲ, ਜਦੋਂ ਇਸ ਸਿਆਸਤ ਦੇ ਵਿਚਾਲੇ ਚਰਚਾਵਾਂ ਚੱਲ ਕਿ ਸ਼ਾਇਦ ਸੁਖਬੀਰ ਸਿੰਘ ਬਾਦਲ ਹੋਰਾਂ ਨੂੰ ਆਫਰ ਦਿੱਤਾ ਗਿਆ ਕਿ ਤੁਸੀਂ ਕੇਂਦਰੀ ਕੈਬਨਿਟ ਦੇ ਵਿੱਚ ਆਓ, ਉੱਥੇ ਖੇਤੀਬਾੜੀ ਮੰਤਰੀ ਬਣੋ, ਤੇ ਇਧਰੋਂ ਪੰਜਾਬ ਦੀ ਜਿਹੜਾ ਕਿਸਾਨੀ ਦੀ ਸਮੱਸਿਆ ਆ ਕੇ ਤੁਹਾਡੇ ਕੋਲੇ ਮੁੱਖ ਮੰਤਰੀ ਭਗਵੰਤ ਮਾਨ ਜਾਂ ਇਹਨਾਂ ਦੀ ਸਰਕਾਰ ਆ ਕੇ ਫਿਰ ਤੁਹਾਡੇ ਹਾੜੇ ਕੱਢੇਗੀ ਕਿ ਸਾਨੂੰ ਕਿਸਾਨੀ ਸੰਕਟ ਦੇ ਹੱਲ ਲਈ ਕੋਈ ਫੰਡ ਦਿਓ, ਜਾਂ ਜੋ ਵੀ ਸਮੱਸਿਆਵਾਂ ਨੇ। ਬੀਬਾ ਹਰਸਿਮਰਤ ਕੌਰ ਬਾਦਲ ਦੀ ਵੀ ਗੱਲ ਤੁਰਦੀ ਆ। ਕੀ ਇਹਦੇ ਨਾਲ ਜੇ ਸੁਖਬੀਰ ਸਿੰਘ ਬਾਦਲ ਹੋਰਾਂ ਦੇ ਪਰਿਵਾਰ ਦੇ ਵਿੱਚ ਕਹਿ ਲਓ ਕਿ ਜੇ ਇਹਨਾਂ ਕੋਲ ਖੇਤੀਬਾੜੀ ਮਹਿਕਮਾ ਆਉਂਦਾ ਵੀ ਹੈ, ਕੀ ਉਹਦੇ ਨਾਲ ਕਿਸਾਨੀ ਸਮੱਸਿਆਵਾਂ ਹੱਲ ਹੋ ਜਾਣਗੀਆਂ, ਜਾਂ ਜਿਹੜੇ ਕਿਸਾਨ ਲਗਾਤਾਰ ਮੋਰਚਿਆਂ ਦੇ ਉੱਤੇ ਬੈਠੇ ਰਹਿੰਦੇ ਨੇ, ਹੁਣ ਵੀ ਉਹਨਾਂ ਨੇ ਕਿਹਾ ਕਿ ਅਸੀਂ ਰੇਲਾ ਘੇਰਾਂਗੇ, ਕੀ ਉਹ ਅਕਾਲੀ ਦਲ ਦੇ ਉੱਤੇ ਭਰੋਸਾ ਕਰ ਪਾਉਣਗੇ? ਕਿਉਂਕਿ ਕਿਸਾਨੀ ਅੰਦੋਲਨ ਦੇ ਦੌਰਾਨ ਜਿਹੋ ਜਿਹੀ ਇਹਨਾਂ ਦੀ ਭੂਮਿਕਾ ਰਹੀ, ਇਹ ਤਾਂ ਕਹਿੰਦੇ ਕਿ ਅਸੀਂ ਕੁਰਬਾਨੀ ਦਿੱਤੀ ਹੈ, ਕੀ ਹੁਣ ਇਹ ਕੁਰਬਾਨੀ ਨਹੀਂ ਦੇਣਗੇ ਕਿ ਭਾਜਪਾ ਤੋਂ ਦੂਰ ਰਹਿ ਕੇ 5-4 ਮਹੀਨੇ ਕੋਈ ਥੋੜੇ ਜਿਹੇ, ਉਦੋਂ ਬਾਅਦ 2024 ਦੀ ਇਲੈਕਸ਼ਨ ਹੈ, ਜ਼ਰੂਰੀ ਹੋ ਜਾਂਦਾ ਕਿ ਇਸ ਸਮੇਂ ਦੇ ਦੌਰਾਨ ਹੀ ਉਹਨਾਂ ਦੀ ਬੇੜੀ ਦੇ ਵਿੱਚ ਬਹਿ ਲਿਆ ਜਾਵੇ? ਕਿ ਯਕੀਨ ਕਰ ਲੈਣਗੇ ਕਿਸਾਨ, ਖਾਸ ਕਰ ਕਿਉਂਕਿ ਇਹਨਾਂ ਨੂੰ ਇਹ ਆ ਕਿ ਪੰਜਾਬ ਦੀ ਜਿਹੜੀ ਕਿਸਾਨੀ ਹੈ ਜਾਂ ਪੰਜਾਬ ਦਾ ਜਿਹੜਾ ਪੇਂਡੂ ਵੋਟ ਬੈਂਕ ਹੈ ਉਹ ਇਹਨਾਂ ਦੇ ਨਾਲ ਹੈ, ਕਿ ਉਹ ਵਾਕਈ ਇਹਨਾਂ ਦੇ ਨਾਲ ਤੁਰੇਗਾ? ਫਿਰ ਇੱਕ ਹੋਰ ਸਵਾਲ ਇਹ ਵੀ ਬੜਾ ਅਹਿਮ ਹੈ, ਬੰਦੀ ਸਿੰਘਾਂ ਦੇ ਮਸਲੇ ਤੇ ਬਾਕੀ ਜਿੰਨੀਆਂ ਅਕਾਲੀ ਜਾਂ ਪੰਥਕ ਧਿਰਾਂ ਨੇ, ਜਿਵੇਂ ਕਾਰਜਕਾਰੀ ਜਥੇਦਾਰ ਰਹਿ ਚੁੱਕੇ ਗਿਆਨੀ ਹਰਪ੍ਰੀਤ ਸਿੰਘ ਵੀ ਬਹੁਤ ਵਾਰੀ ਕਹਿੰਦੇ ਰਹੇ ਨੇ ਕਿ ਤੁਸੀਂ ਪੰਥਕ ਲਿਹਾਜ਼ ਵਾਪਸੀ ਕਰੋ, ਪਰ ਜਦੋਂ ਇਹ ਉਸ ਪਾਸੇ ਵੱਲ ਨੂੰ ਤੁਰਦੇ ਨੇ, ਜਿਹਨੂੰ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਨੇ ਇਹ ਵੀ ਕਿਹਾ ਸੀਗਾ ਕਿ ਤੁਸੀਂ ਜੇ ਸਿੱਖਾਂ ਦੀ ਪਾਰਲੀਮੈਂਟ ਨੂੰ ਤੋੜੋਗੇ ਤੇ ਤੁਹਾਡੀ ਪਾਰਲੀਮੈਂਟ ਦੇ ਵੀ ਟੁਕੜੇ ਹੋਣਗੇ, ਤਾਂ ਫਿਰ ਉਹ ਦੀ ਸਥਿਤੀ ਦੇ ਵਿੱਚ ਕੀ ਇਹਨਾਂ ਦਾ ਉਧਰ ਜਾਣਾ ਵਾਜਬ ਹੈ? ਨਹੀਂ, ਅਕਾਲੀਆਂ ਦਾ ਤਾਂ ਬੀਜੇਪੀ ਨਾਲ ਜਾਣਾ ਖੁਦਕੁਸ਼ੀ ਦੇ ਬਰਾਬਰ ਹੈ। ਇਹ ਖੁਦਕੁਸ਼ੀ ਕਰਨਗੇ, ਤੇ ਖੁਦਕੁਸ਼ੀ ਹੈ ਇਹ, ਪਰ ਉਹਨਾਂ ਦੀ ਪਾਰਟੀ ਹੈ, ਉਹਨਾਂ ਦਾ ਫੈਸਲਾ ਹੈ, ਤੇ ਪਰਿਵਾਰ ਉਹਨਾਂ ਦੀ ਜੋਰ ਹੈ, ਤਾਕਤ ਤੋਂ ਬਿਨਾਂ ਰਹਿ ਨਹੀਂ ਸਕਦੇ। ਜੇ ਉਹਨਾਂ ਨੇ ਆਪਦਾ ਜਿਉਂਦਾ ਕਰਨਾ ਹੋਵੇ, ਸੁਰਜੀਤ ਕਰਨਾ ਹੋਵੇ ਆਪਣੇ ਆਪ ਨੂੰ, ਤਾਂ ਫਿਰ ਉਹ ਤਾਂ ਮੋਰਚਿਆਂ ਦਾ ਸਵਾਲ ਹੈ। ਮੋਰਚਾ ਜਿਹੜਾ ਗਿਆਨੀ ਹਰਪ੍ਰੀਤ ਜੀ ਵੀ ਕਹਿੰਦੇ ਨੇ, ਹਰਪ੍ਰੀਤ ਸਿੰਘ ਵੀ, ਉਹ ਵੀ ਕੋਈ ਐ ਨਹੀਂ ਹੈ ਵੀ ਕੋਈ, ਉਹ ਤਾਂ ਖਾਲਿਸਤਾਨੀਆਂ ਦੀ ਗੱਲ ਕਰ ਰਹੇ ਨੇ, ਜਿੱਦਾਂ ਦਾ ਵੀ ਉਹ ਜੀ ਫਲਾਣਾ ਕਰੋ, ਉਧਰ ਨੂੰ ਤੁਰੋ। ਉਹਨਾਂ ਨੇ ਵੀ ਲੋਕਾਂ ਦੀ ਲੋਕ ਲਹਿਰ ਦੀ ਤਾਂ ਗੱਲ ਉਹਨਾਂ ਨੇ ਵੀ ਨਹੀਂ ਕਰੀ। ਜਿੰਨਾ ਚਿਰ ਅਕਾਲੀ ਆਪਦੇ ਅਸਲੀ ਜਿੱਥੇ ਜਿਹੜੀ ਗੁਰਦੁਆਰਾ ਸੁਧਾਰ ਲਹਿਰ ਬਣੀ ਸੀ, ਜੇ ਉਦਾਂ ਦੀ ਲਹਿਰ ਨਹੀਂ ਚੱਲਦੀ ਤਾਂ ਉਹ ਇੰਨਾ ਸੌਖਾ ਨਹੀਂ ਆ ਅਕਾਲੀਆਂ ਵਾਸਤੇ। ਦੂਜੀ ਗੱਲ, ਜਦ ਇਹ ਜਾਣਗੇ, ਲੋਕਾਂ ਨੂੰ ਤਾਂ ਪਹਿਲੇ ਮਨ ਮਸਤਕ ਸੀ ਵੀ ਇਹ ਤਾਂ ਐਵੇਂ ਇਹਨਾਂ ਨੇ ਵੱਖਰਾ ਕਰਿਆ, ਦਿਖਾਵੇ ਵਾਸਤੇ ਕਰਿਆ, ਤਾਂ ਜਾਣਗੇ। ਲੋਕ ਤਾਂ ਮੂੰਹੋਂ ਦੀ ਕਹਿੰਦੇ ਜਿਹੜੀ ਦੰਦ ਕਥਾ ਹੁੰਦੀ ਹੈ ਨਾ, ਉਹ ਬਹੁਤ ਵੱਡੀ ਚੀਜ਼ ਹੁੰਦੀ ਹੈ, ਕੋਈ ਅੱਜ ਦੀ ਗੱਲ ਨਹੀਂ। ਲੋਕ ਸਾਲ ਪਹਿਲਾਂ ਵੀ ਨਹੀਂ ਮੰਨ ਰਹੇ ਸੀ, ਉਹ ਕਹਿੰਦੇ ਐਵੇਂ ਇਹਨਾਂ ਨੇ ਉੱਤੋਂ ਕਰਿਆ, ਇਹ ਅੰਦਰੋਂ ਇੱਕੋ ਹੀ ਨੇ। ਤੇ ਹੁਣ ਜਿਹੜਾ ਖੇਤੀਬਾੜੀ ਮਹਿਕਮਾ ਹੈ, ਸੁਖਬੀਰ ਬਾਦਲ ਦਾ ਉੱਥੇ ਖੇਤੀਬਾੜੀ ਮਹਿਕਮਾ, ਵੈਸੇ ਤਾਂ ਬਾਦਲ ਸਾਹਿਬ, ਤੁਹਾਨੂੰ ਪਤਾ ਵੱਡੇ ਬਾਦਲ ਸਾਹਿਬ ਵੀ ਖੇਤੀਬਾੜੀ ਮੰਤਰੀ ਬਣੇ ਸੀ ਭਾਰਤ ਸਰਕਾਰ 'ਚ,
ਤੇ ਉਹ ਛੱਡ ਕੇ ਆ ਕੇ ਮੁੱਖ ਮੰਤਰੀ ਬਣੇ ਸੀ। ਇਹ ਸੁਖਬੀਰ ਬਾਦਲ ਨੇ ਉੱਥੇ ਕੋਈ ਖੇਤੀਬਾੜੀ ਮੰਤਰੀ ਨਹੀਂ ਬਣਨਾ। ਖੇਤੀਬਾੜੀ ਬਾਰੇ ਨਾ ਇਹ ਕੋਈ ਆਏ ਆ ਜਿਹੜਾ ਤੁਸੀਂ ਕਹਿੰਦੇ ਵੀ ਪੰਜਾਬ ਦੇ ਭਗਵੰਤ ਮਾਨ ਜਾ ਕੇ ਕਿਸਾਨਾਂ ਦੀਆਂ ਸਮੱਸਿਆ ਵਾਸਤੇ, ਉਹ ਖੇਤੀਬਾੜੀ ਮੰਤਰੀ ਨਾਲ ਕੀ ਗੱਲ ਕਰਨਗੇ? ਕੀ ਕਹੂਗਾ ਖੇਤੀਬਾੜੀ ਮੰਤਰੀ? ਕੀ ਦੇ ਦੂ ਇਹਨਾਂ ਨੂੰ? ਖੇਤੀਬਾੜੀ ਮੰਤਰੀ ਦੇ ਹੱਥ 'ਚ ਕੋਈ ਬਜਟ ਥੋੜ੍ਹਾ ਹੈ। ਖੇਤੀਬਾੜੀ ਮੰਤਰੀ ਤਾਂ ਕਿਸੇ ਗੱਲ ਦੇ ਉੱਤੇ ਛੋਟੀ ਮੋਟੀ ਚਿੱਠੀ ਜਿਵੇਂ ਕੱਢਣੀ ਹੁੰਦੀ ਹੈ, ਮੰਤਰੀਆਂ ਦੇ ਹੱਥ 'ਚ ਬਜਟ ਨਹੀਂ ਹੁੰਦਾ ਉਸ ਤਰੀਕੇ ਦਾ ਵੀ ਉਹ ਬਜਟ ਚੱਕ ਕੇ ਕਹਿ ਦੇਣ ਵੀ ਇਹ ਸਟੇਟ ਨੂੰ ਦੇ ਦਿੰਦੇ ਹਾਂ ਅਸੀਂ। ਬਜਟ ਤਾਂ ਪਾਸ ਹੋਇਆ ਹੋਇਆ, ਉਹਦੇ ਵਿੱਚ ਜੇ ਕੋਈ ਬਦਲਾਅ ਹੋਣਾ ਕੈਬਨਿਟ ਨੇ ਕਰਨਾ, ਤੇ ਉਹ ਇਹਨਾਂ ਦਾ ਇੰਨਾ ਜ਼ੋਰ ਹੋ ਨਹੀਂ ਸਕਦਾ। ਹੁਣ ਜਦ ਇਹ ਜਾਣਗੇ ਉੱਥੇ ਦੁਬਾਰਾ, ਉਹਨਾਂ ਨੂੰ ਵੀ ਪਤਾ ਵੀ ਇਹ ਸਾਡੇ ਕੋਲ ਹੀਲਾ ਕਰਕੇ ਆਏ ਨੇ। ਤੁਹਾਡੇ ਖਿਆਲ 'ਚ ਇਹਨਾਂ ਦੀ ਉਨੀ ਚੱਲੂਗੀ? ਜਿਹੜਾ ਬੰਦਾ ਇੱਕ ਵਾਰੀ ਕਿਸੇ ਦੇ ਘਰੋਂ ਚਲਾ ਜਾਵੇ ਨਾ ਵੀ ਮੈਂ ਰੋਟੀ ਖਾਂਦਾ, ਮੈਂ ਨਹੀਂ ਖਾਂਦਾ, ਮੈਂ ਤੁਹਾਡੇ ਨਾਲ ਲੜਿਆ, ਵਾਪਸ ਚਲਾ ਜਾਵੇ, ਫਿਰ ਵਾਪਸ ਆਵੇ, ਫਿਰ ਉਹਨਾਂ ਨੂੰ ਵੀ ਪਤਾ ਲੱਗ ਜਾਂਦਾ ਪਹਿਲਾਂ ਤੋਂ ਹਟ ਜੇ ਆਹ ਹੋਇਆ ਨਹੀਂ ਸੀ, ਇਹਨਾਂ ਨੇ ਆਪ ਨਹੀਂ ਕਰਿਆ। ਇੱਥੇ ਕੈਪਟਨ ਸਾਹਿਬ ਦਾ ਜਿਹੜਾ ਮੁੰਡਾ ਸੀ, ਕਿਆ ਬੋਨੀ ਸੀ ਕੀ ਸੀ ਉਹਦਾ ਨਾਂ, ਜੋ ਵੀ ਸੀ ਆਪਣੇ ਕੈਪਟਨ ਕਮਲਜੀਤ ਦਾ ਮੁੰਡਾ, ਕਮਲਜੀਤ ਮੇਰੇ ਖਿਆਲ 'ਚ ਉਹਦਾ ਨਾਮ ਸੀਗਾ, ਚਲੋ ਜੋ ਹਾਂ। ਤੇ ਉਹਨੂੰ ਬਾਦਲ ਸਾਹਿਬ ਬੜਾ ਮਨਾਉਂਦੇ ਰਹੇ ਵੀ ਤੂੰ ਨਾ ਹੋ ਵੱਖ, ਨਾ ਹੋ, ਨਾ ਹੋ। ਭੋਗ ਦੇ ਉੱਤੇ ਕਿਹਾ, ਨਹੀਂ ਮੰਨਿਆ ਉਹ। ਉਦੋਂ ਮੁੜ ਕੇ ਹਾੜੇ ਕੱਢ ਕੇ ਗਿਆ, ਫਿਰ ਉਹਦੀ ਵੈਲਿਊ ਰਹੀ ਕੋਈ? ਸੋ ਇਸ ਕਰਕੇ ਇਹਨਾਂ ਦਾ ਵੀ ਜਿਹੜਾ ਹਾਲ ਹੈ ਹੁਣ, ਇਹਨਾਂ ਦੀ ਵੈਲਿਊ ਕੋਈ ਨਹੀਂ ਰਹਿਣੀ। ਤਾਕਤ ਅਗਲੇ ਦੇ ਦੇਣਗੇ ਹਰਸਿਮਰਤ ਕੌਰ ਨੂੰ। ਜਿਹੜਾ ਤੁਸੀਂ ਕਿਸਾਨੀ ਦਾ ਕਹਿੰਦੇ ਪੰਜਾਬ ਦਾ, ਉਹਦੇ ਕੋਲੇ ਪਹਿਲਾਂ ਵੀ ਫੂਡ ਪ੍ਰੋਸੈਸਿੰਗ ਮਿਨਿਸਟਰੀ ਸੀ। ਸਭ ਤੋਂ ਵੱਡਾ ਜਿੰਨੇ ਅਰਥ ਸ਼ਾਸਤਰੀ ਕਹਿੰਦੇ ਨੇ, ਉਹ ਇਹ ਕਹਿੰਦੇ ਨੇ ਵੀ ਪੰਜਾਬ ਦੀ ਐਗਰੋ ਇੰਡਸਟਰੀ ਡਿਵੈਲਪਮੈਂਟ ਦੀ ਲੋੜ ਸੀ, ਉਹ ਨਹੀਂ ਹੋਈ। ਤੇ ਹਰਸਿਮਰਤ ਕੌਰ, ਬੀਬਾ ਹਰਸਿਮਰਤ 3 ਸਾਲ ਤਾਂ 2 ਸਾਲ ਤਾਂ ਰਹੀ ਨੇ। 2 ਸਾਲਾਂ 'ਚ ਕੋਈ ਕਰ ਦਿੰਦੇ ਮਾੜੀ ਮੋਟੀ, ਇੱਥੇ ਤਾਂ ਉਹਨਾਂ ਨੇ ਗੋਡੇ 'ਚ ਪੂਣੀ ਵੀ ਨਹੀਂ ਕੱਤੀ। ਸੋ ਇਸ ਕਰਕੇ ਇਹ ਇੰਨਾ ਸੌਖਾ ਨਹੀਂ ਹੁੰਦਾ। ਜੇ ਹੋਰ ਨਹੀਂ ਸੀ ਤਾਂ ਉਹਦੀ ਕਹਿੰਦੇ ਵੀ ਚੰਗਾ ਆਹ ਚੀਜ਼ਾਂ ਦਿੱਤੀਆਂ ਕਰ ਲਓ ਤੁਸੀਂ। ਉਹ ਇੱਕ ਏਮਸ ਦੇ ਪਿੱਛੇ ਲੱਗੇ ਰਹੇ ਵੀ ਏਮਸ ਅਸੀਂ ਖੁਲਵਾ ਦੇਣੀ ਹੈ, ਏਮਸ ਨਾਲ ਲੋਕਾਂ ਦੀਆਂ ਬਿਮਾਰੀਆਂ ਦਾ ਆਪਾਂ ਨੂੰ ਪਤਾ ਲੱਗ ਜੂ ਕਿੰਨਾ ਘਾਲ ਹੋਣਾ। ਸੋ ਇਸ ਕਰਕੇ ਇੰਨਾ ਸੌਖਾ ਨਹੀਂ ਹੈ ਜਿੰਨਾ ਆਪਾਂ ਸਮਝਦੇ ਹਾਂ। ਉਹਦੇ ਵਿੱਚ ਅਕਾਲੀ ਦਲ ਨੂੰ ਨਹੀਂ ਜਾਣਾ ਚਾਹੀਦਾ, ਪਰ ਕਿਉਂਕਿ ਅਕਾਲੀ ਦਲ ਜਾਏਗਾ ਜ਼ਰੂਰ। ਕਿਉਂ ਜਾਏਗਾ? ਕਿਉਂਕਿ ਉਹਦੇ ਵਿੱਚ ਆਪਣੇ ਆਪ ਤੇ ਵਿਸ਼ਵਾਸ ਨਹੀਂ। ਉਹ ਗੁਰਬਾਣੀ ਦੇ ਉਸ ਵਾਕ ਤੇ ਨਹੀਂ ਚੱਲਦੇ ਕਿ ਵੀ ਹਰ ਬੰਦਾ ਉਸੇ ਦਾ ਰੂਪ ਹੈ, ਮਨ ਤੂੰ ਜੋ ਸਰੂਪ ਹੈ ਆਪਣਾ ਮੋੜ ਪਛਾਣ। ਉਹਨਾਂ ਨੂੰ ਦਾ ਇਹ ਆਪਣੇ ਆਪ ਦੀ ਪਛਾਣ ਨਹੀਂ, ਆਪਣੀ ਪਾਰਟੀ ਦੀ ਪਛਾਣ ਨਹੀਂ, ਸਿੱਖੀ ਦੀ ਪਛਾਣ ਨਹੀਂ ਰਹੀ, ਤੇ ਸਿੱਖੀ ਦੀ ਤਾਕਤ ਦਾ ਨਹੀਂ ਪਤਾ ਰਿਹਾ। ਤੇ ਉਹਨਾਂ ਨੂੰ ਤਾਂ ਸਿਰਫ ਆਪਣਾ ਵਪਾਰ ਦਿਖਦਾ, ਤੇ ਤਾਕਤ ਜਿਹੜੀ ਉੱਤੋਂ ਰਾਜ ਸੱਤਾ ਤੋਂ ਲੈਣੀ ਹੈ, ਸੱਤਾ ਤੋਂ ਤਾਕਤ ਨਹੀਂ ਹੈ, ਉਹ ਦਿਖਦੀ ਹੈ। ਸੋ ਇਸ ਕਰਕੇ ਮੈਨੂੰ ਨਹੀਂ ਲੱਗਦਾ ਵੀ ਉਹ ਵਾਪਸ ਮੁੜਨਗੇ। ਉਹ ਤਾਂ ਬੜੇ ਮੌਜੇ ਕੱਢ ਕੇ ਤੁਰੇ ਫਿਰਦੇ ਨੇ। ਉਹਨਾਂ ਦੇ ਵੱਡੇ ਵੱਡੇ ਬੁੱਧੀਜੀਵੀ ਵੀ ਇਹੀ ਕਹਿੰਦੇ ਹਾਂ ਜੀ ਜਾਣਾ ਚਾਹੀਦਾ, ਜਾਣਾ ਚਾਹੀਦਾ। ਕਿੰਨੇ ਵਾਰੀ ਬਿਆਨ ਦੇ ਚੁੱਕੇ ਨੇ ਉਹਨਾਂ ਦੇ ਵੱਡੇ ਵੱਡੇ ਬੰਦੇ ਵੀ ਕਾਂਗਰਸ ਨਾਲ ਤਾਂ ਸਾਡਾ ਕੋਈ ਮੇਲ ਨਹੀਂ, ਉਹਨਾਂ ਨਾਲ ਹੀ ਸਾਡਾ ਤਾਂ ਮੇਲ ਹੋਊਗਾ। ਫਿਰ ਵੋਟ ਪਾਉਣ ਦੇ ਵੇਲੇ ਉਹਨਾਂ ਨੇ ਬੀਜੇਪੀ ਦੇ ਹੱਕ 'ਚ ਹੀ ਵੋਟ ਪਾਈ ਹੈ, ਜਦ ਵੀ ਪਾਈ ਹੈ। ਈਵਨ ਰਾਸ਼ਟਰਪਤੀ ਦੀ ਚੋਣ 'ਚ, ਉਪ ਰਾਸ਼ਟਰਪਤੀ ਦੀ ਚੋਣ 'ਚ ਉਹਨਾਂ ਦੇ ਬੀਜੇਪੀ ਦੇ ਹੱਕ 'ਚ ਹੀ ਗਏ ਨੇ। ਇਹ ਤਾਂ ਯੈਲੀ ਨੇ ਕਹਿਤਾ ਵੀ ਮੈਂ ਤਾਂ ਜੀ ਨਿਊਟਰਲ ਰਹੂੰਗਾ, ਮੈਂ ਨਹੀਂ ਪਾਉਂਦਾ। ਸੋ ਇਸ ਕਰਕੇ ਆਪਾਂ ਨੂੰ ਇਹ ਗੱਲ ਸਮਝ ਲੈਣੀ ਚਾਹੀਦੀ ਆ ਮੋਟੇ ਤੌਰ ਦੇ ਉੱਤੇ ਵੀ ਅਕਾਲੀ ਦਲ ਦੇ ਹੱਕ 'ਚ ਨਹੀਂ ਹੈ, ਅਕਾਲੀ ਦਲ ਨੂੰ ਨਹੀਂ ਜਾਣਾ ਚਾਹੀਦਾ। ਅਕਾਲੀ ਦਲ ਅੱਜ ਵੀ ਕਿਸਾਨੀ ਸਮੱਸਿਆਵਾਂ ਤਾਂ ਇਕੱਲੀਆਂ ਨਹੀਂ ਮੈਂ ਕਹਾਂਗਾ, ਪੰਜਾਬ ਦੀਆਂ, ਪੰਜਾਬੀ ਸੱਭਿਆਚਾਰ, ਪੰਜਾਬੀ ਭਾਈਚਾਰਾ, ਪੰਜਾਬੀ ਦੇ ਆਪਦੀਆਂ ਈਵਨ ਸਿੱਖੀ ਦੀਆਂ ਸਮੱਸਿਆਵਾਂ ਲੈ ਕੇ ਤੁਰ ਪਏ ਤਾਂ ਅਕਾਲੀ ਦਲ ਅੱਜ ਵੀ ਕਾਮਯਾਬ ਹੋ ਸਕਦਾ। ਉਹਦੀਆਂ ਜੜ੍ਹਾਂ ਹੈਗੀਆਂ ਨੇ। ਪਰ ਜੇ ਉਸੇ ਪਾਸੇ ਜਾਊਗਾ ਫਿਰ ਬਗਾਨੀ ਸ਼ਾਹ ਤੇ ਕਿੰਨੀ ਚਿਰ ਮੁੱਛਾਂ ਬਣਾਓਗੇ? ਤੇ ਉਹ ਗੱਲ ਹੋ ਜਾਂਦੀ ਹੈ ਬਗਾਨੀ ਸ਼ਾਹ ਦੇ ਉੱਤੇ ਤੁਸੀਂ ਜਿੰਨਾ ਚਿਰ ਮਰਜ਼ੀ ਜਾਈ ਜਾਓ, ਜਿੰਨਾ ਚਿਰ ਮਰਜ਼ੀ ਤੁਸੀਂ ਆਪਣੇ ਆਪ ਨੂੰ ਸਜਾ ਲਓ, ਤੇ ਜਿੰਨੇ ਮਰਜ਼ੀ ਚਿੱਟੇ ਕੱਪੜੇ ਪਾ ਲਓ, ਤੇ ਉਹ ਚਿੱਟੇ ਕੱਪੜਿਆਂ ਦੇ ਉੱਤੇ ਕਿਤੇ ਨਾ ਕਿਤੇ ਚਿੱਟੇ ਪੈਣ ਦਾ ਡਰ ਹੀ ਰਹਿੰਦਾ, ਕਿਉਂਕਿ ਜਿਹੜਾ ਚਿੱਟੇ ਪਾਉਣ ਵਾਲਾ ਉਹ ਬੜਾ ਤਾਕਤਵਰ ਹੈ। ਸੋ ਇਸ ਕਰਕੇ ਆਪਾਂ ਇਹ ਨਾ ਸਮਝੀਏ ਇਹ ਪੰਜਾਬ ਦਾ ਇੱਕ ਦੁਖਾਂਤ ਹੈ ਕਿ ਅਸੀਂ ਇਹ ਸਮਝਦੇ ਹਾਂ ਵੀ ਜੋੜ ਤੋੜ ਦੀ ਰਾਜਨੀਤੀ ਹੀ ਸਭ ਕੁਝ ਹੈ। ਜੋੜ ਤੋੜ ਰਾਜਨੀਤੀ 'ਚ ਹੁੰਦੇ ਨੇ, ਇਹਨਾਂ ਬਿਨਾਂ ਕੰਮ ਵੀ ਨਹੀਂ ਚੱਲਦਾ। ਪਰ ਜਿਹੜੇ ਬੇਸੁੱਧੇ ਜੋੜ ਤੋੜ ਨੇ, ਜਿਹੜੇ ਇਸੇ ਕਰਕੇ ਗੁਰੂ ਸਾਹਿਬ ਨੇ ਕਿਹਾ ਬੇਸੁੱਧੇ ਜੋੜ ਤੋੜ ਕਿਉਂ ਨਹੀਂ ਕਰੀਏ। ਸਾਂਝ ਕੀਜੈ ਗੁਨਾ ਕੇਰੀ, ਛਾੜ ਅਵਗਨ ਚੱਲੀਏ। ਛੋੜ ਅਵਗਨ ਚੱਲੀਏ ਜਿਹੜਾ ਹੈ ਉਹ ਗੁਣਾ ਦੀ ਸਾਂਝ ਹੋਣੀ ਹੈ। ਇਹਨਾਂ ਦੀ ਗੁਣਾ ਦੀ ਸਾਂਝ ਥੋੜੋ ਹੈ, ਇਹਨਾਂ 'ਚ ਕੁਰਸੀ ਦੀ ਸਾਂਝ ਹੈ। ਗੁਣਾ ਤਾਂ ਬੀਜੇਪੀ ਨਾਲ ਮਿਲਦਾ ਹੀ ਨਹੀਂ ਇਹਨਾਂ ਦਾ। ਉਹ ਬੀਜੇਪੀ ਨਾਲ ਕਿਉਂ ਨਹੀਂ ਮਿਲਦਾ? ਅੰਦਰੋਂ ਭਾਵੇਂ ਕਹਿੰਦੇ ਹੋਣੇ ਵੀ ਹਾਂ ਇਹ ਤਾਂ ਜਿਹੜਾ ਕੁਛ ਅਸੀਂ ਕਰਦੇ ਹਾਂ ਸਿੱਖ ਰੋਹ ਰੀਤਾਂ ਸਾਰਾ ਆਪਦੇ ਆਪ ਨੂੰ ਹੋ ਸਕਦਾ ਅੰਦਰੋਂ ਇਹੀ ਮੰਨਦੇ ਹੋਣ। ਸੁਖਬੀਰ ਬਾਦਲ ਨੇ ਕਿਹੜਾ ਅੰਮ੍ਰਿਤ ਛਕਿਆ ਸੀ ਪਹਿਲਾਂ? ਤੇ ਸੁਖਬੀਰ ਬਾਦਲ ਤੋਂ ਬਥੇਰੇ ਸਵਾਲ ਹੁੰਦੇ ਰਹੇ ਨੇ। ਸੋ ਇਸ ਕਰਕੇ ਇਹ ਸਾਧਨ ਸੰਤਾਂ 'ਚ ਜਾਣ ਵਾਸਤੇ ਵੀ ਇਹਨਾਂ ਦਾ ਮਤਲਬ ਅਕਾਲੀ ਦਲ ਦਾ ਉੱਤੇ ਇਹ ਜਿਹੇ ਦੋਸ਼ ਲੱਗਦੇ ਰਹੇ ਨੇ। ਸੋ ਇਸ ਕਰਕੇ ਮੈਨੂੰ ਐਂ ਲੱਗਦਾ ਹੈ ਵੀ ਇਹਨਾਂ ਦਾ ਸਿੱਖੀ ਦੇ ਉੱਤੇ, ਸਿੱਖ ਫਲਸਫੇ ਦੇ ਉੱਤੇ, ਸਿੱਖ ਫਲਸਫਾ ਜਿਹੜਾ ਉਹ ਬਰਾਬਰਤਾ ਦਾ ਫਲਸਫਾ, ਜਿਹੜਾ ਫਲਸਫਾ ਪੰਜਾਬ ਨੂੰ ਅੱਗੇ ਲੈ ਕੇ ਗਿਆ ਹੈ ਤੇ ਲੈ ਕੇ ਜਾ ਸਕਦਾ ਹੈ।
ਜਿਹੜਾ ਫਲਸਫਾ ਬੰਦੇ ਨੂੰ ਕੁਰਬਾਨੀ ਵਾਸਤੇ ਤਿਆਰ ਕਰਦਾ ਹੈ, ਜਿਹੜਾ ਫਲਸਫਾ ਬੰਦੇ ਨੂੰ ਸਿਰ ਦੇਣ ਵਾਸਤੇ, ਖੋਪੜੀ ਲਾਉਣ ਵਾਸਤੇ ਤਿਆਰ ਕਰਦਾ ਹੈ, ਚਰਖੜੀ ਤੇ ਚੜ੍ਹਨ ਵਾਸਤੇ ਤਿਆਰ ਕਰਦਾ ਹੈ, ਤੱਤੀ ਤਵੀ ਤੇ ਬੈਠਣ ਵਾਸਤੇ ਤਿਆਰ ਕਰਦਾ ਹੈ, ਉਹ ਫਲਸਫੇ ਤੋਂ ਮੈਨੂੰ ਲੱਗਦਾ ਹੈ ਮੁੱਖ ਮੋੜ ਰਹੇ ਨੇ, ਕਿਉਂਕਿ ਉਹ ਤੱਤੀ ਤਵੀ ਤੇ ਬੈਠਣ ਨੂੰ ਤਿਆਰ ਨਹੀਂ, ਤੇ ਇਸ ਕਰਕੇ ਇਹਨਾਂ ਨੂੰ ਇਹ ਪਤਾ ਹੀ ਨਹੀਂ ਵੀ ਉਹਦਾ ਸਵਾਦ ਕੀ ਹੁੰਦਾ ਹੈ। ਗੂੰਗੇ ਗੁੜ ਖਾਇਆ, ਪੁੱਛੇ ਤੇ ਕਿਆ ਕਹੀਏ। ਡਾਕਟਰ ਸਾਹਿਬ, ਮੇਰੇ ਧਿਆਨ 'ਚ ਜਾਂਦੇ ਆ ਤੇ ਬੜਾ ਅਹਿਮ ਸਵਾਲ ਆਇਆ ਕਿ ਕੀ ਅਸੀਂ ਮਤਲਬ ਕਿ ਸਮਝ ਲਈਏ ਕਿ ਸਿਆਸਤ ਜਾਂ ਸੱਤਾ ਇਹ ਗੱਲ ਨੂੰ ਬੜੀ ਬਰੀਕੀ ਨਾਲ ਸਮਝ ਚੁੱਕੀ ਹੈ ਕਿ ਜਿਹੜੇ ਸਿੱਖ ਜਿਹੜੇ ਨੇ ਉਹ 84 ਭੁੱਲ ਕੇ ਫਿਰ ਕਾਂਗਰਸ ਨੂੰ ਸੱਤਾ ਵਿੱਚ ਲਿਆ ਸਕਦੇ ਨੇ, ਤਾਂ ਇਸ ਬੇਅਦਬੀਆਂ ਦੇ ਦੌਰ ਜਾਂ ਰਾਮ ਰਹੀਮ ਨੂੰ ਮਾਫੀਨਾਮਾ ਜਾਂ ਸਾਰਾ ਕੁਝ ਜੋ ਪੰਜਾਬ ਦੇ ਵਿੱਚ ਅਕਾਲੀ ਦਲ ਦੀ ਸੱਤਾ ਦੇ ਦੌਰਾਨ ਵਾਪਰਿਆ, ਨਸ਼ਿਆਂ ਦਾ ਫੈਲਾਅ, ਉਹਨੂੰ ਸਭ ਨੂੰ ਭੁੱਲ ਜਾਣਗੇ ਕਿ ਇਸੇ ਸੋਚ ਦੇ ਤਹਿਤ ਇਹ ਚੱਲ ਰਹੇ ਨੇ, ਜਾਂ ਫਿਰ ਜਦੋਂ ਅਸੀਂ ਬੰਦੀ ਸਿੰਘਾਂ ਦੀ ਗੱਲ ਕਰ ਰਹੇ ਹਾਂ ਕਿ ਇਹ ਵਿਦੇਸ਼ਾਂ 'ਚ ਬੈਠੇ ਸਿੱਖਾਂ ਦੇ ਉਸ ਪ੍ਰੈਸ਼ਰ ਨੂੰ ਵੀ ਛੱਡ ਦੇਣਗੇ, ਜਾਂ ਵੱਖਵਾਦੀਆਂ ਜਾਂ ਜਿਹੜੇ ਖਾਲਿਸਤਾਨੀ ਧਿਰਾਂ ਨੇ ਉਹਨਾਂ ਦੇ ਪ੍ਰੈਸ਼ਰ ਨੂੰ ਵੀ ਛੱਡ ਦੇਣਗੇ, ਜਿਵੇਂ ਇੱਕ ਵਹਾ ਅਮਰਤਪਾਲ ਦੇ ਦੌਰਾਨ ਆਪਾਂ ਦੇਖਿਆ, ਜਾਂ ਹੁਣ ਆਪਾਂ ਦੇਖ ਰਹੇ ਹਾਂ ਕਿ NIA ਦਾ ਜਿਹੜਾ ਦਬਾਅ ਹੈ ਉਹ ਵਿਦੇਸ਼ਾਂ ਦੇ ਵਿੱਚ ਕਿਵੇਂ ਵੱਧਦਾ ਜਾ ਰਿਹਾ, ਜਾਂ ਉੱਥੇ ਖਾਲਿਸਤਾਨੀ ਜਿਹੜੇ ਨੇ ਉਹ ਕਿਸ ਤਰ੍ਹਾਂ ਦੀਆਂ ਹਰਕਤਾਂ ਕਰਦੇ ਨੇ। ਕੀ ਇਹ ਸਭ ਨੂੰ ਭੁੱਲ ਭੁਲਾ ਕੇ ਲੋਕ ਅਕਾਲੀ ਦਲ ਵੱਲ ਫਿਰ ਤੁਰ ਪੈਣਗੇ, ਉਸੇ ਲੀਹਾਂ ਵੱਲ ਨੂੰ ਤੁਰ ਪੈਣਗੇ ਜਿਵੇਂ ਕਾਂਗਰਸ ਵੱਲ ਨੂੰ ਤੁਰੇ? ਦੇਖੋ, ਉਹਦੇ ਵਿੱਚ ਅਕਾਲੀ ਦਲ ਵੱਲ ਨੂੰ ਉਸ ਤਰੀਕੇ ਨਾਲ ਤਾਂ ਨਹੀਂ ਤੁਰਨਾ, ਪਰ ਅਕਾਲੀ ਦਲ ਦਾ ਆਪਦਾ ਥੱਲੇ ਤੱਕ ਆਧਾਰ ਤਾਂ ਹੈਗਾ ਹੀ ਹੈ, ਕੁਛ ਵੋਟ ਤਾਂ ਉਹਦੇ ਕੋਲ ਹੈਗੀ ਹੀ ਹੈ ਨਾ, 15%, 12%, 20%, ਤੇ ਉਹ ਰਲ ਰੁਲ ਕੇ ਤਾਂ ਕੁਛ ਹੋ ਸਕਦਾ। ਐ ਨਹੀਂ ਆਪਾਂ ਕਹਿ ਸਕਦੇ ਵੀ ਅਕਾਲੀ ਦਲ ਜ਼ੀਰੋ ਹੋ ਗਿਆ, ਜਾ ਕੇ ਵੀ ਜ਼ੀਰੋ ਹੋ ਜਾਊਗਾ, ਇਹੀ ਕੋਈ ਗੱਲ ਨਹੀਂ ਹੈ। ਪਰ ਜਿੱਥੋਂ ਤੱਕ ਸਵਾਲ ਹੈ ਬੰਦੀ ਸਿੰਘਾਂ ਵਾਲੀ ਗੱਲ, ਬੰਦੀ ਸਿੰਘਾਂ ਵਾਲੀ ਗੱਲ ਤਾਂ ਚੋਣਾਂ ਦੇ ਨੇੜੇ ਕਰ ਵੀ ਸਕਦੀ ਹੈ ਸਰਕਾਰ, ਉਹਨੂੰ ਕੋਈ ਔਖਾ ਕੰਮ ਹੀ ਨਹੀਂ ਹੈ। ਉਹ ਕਹਿੰਦੇ ਤੁਸੀਂ ਵੀਰਵਾਰ ਦਿਵਸ ਮਨਾ ਲਓ, ਤੁਸੀਂ ਇੱਥੇ ਪਾਲਕੀ ਚੜਾ ਲਓ, ਤੁਸੀਂ ਇੱਥੇ ਆਹ ਵੱਡਾ ਕਰ ਲਓ, ਤੁਸੀਂ ਗਲਿਆਰਾ ਯੋਜਨਾ ਬਣਾ, ਇਹਨਾਂ ਗੱਲਾਂ 'ਤੇ ਉਹਨੂੰ ਕੋਈ ਇਤਰਾਜ਼ ਨਹੀਂ ਹੈ। ਉਹ ਕਹਿੰਦੇ ਸਿੱਖੀ ਦੀ ਜਿਹੜੀ ਰੂਹ ਹੈ, ਜਿਹੜੀ ਸਿੱਖੀ ਦੀ ਗੁੱਡੀ ਹੈ, ਅਸਲੀਅਤ ਹੈ, ਉਹ ਨਾ ਰਹੇ ਬ੍ਰਾਹਮਣਵਾਦ 'ਚ ਪੈ ਕੇ ਜਿਹੜਾ ਮਰਜ਼ੀ ਕਰਾ ਲਓ। ਇਹਨਾਂ ਨੂੰ ਛੱਡਣਾ ਕੋਈ ਔਖਾ ਕੰਮ ਹੀ ਨਹੀਂ ਹੈ। ਬੰਦੀ ਸਿੰਘਾਂ ਨੂੰ ਛੱਡਣਾ ਉਹਨਾਂ ਵਾਸਤੇ ਕੋਈ ਔਖਾ ਕੰਮ ਨਹੀਂ ਹੈ, ਤੇ ਉਹਦੇ ਵਿੱਚ ਉਹ ਰੈਸ਼ਨਲਾਈਜ਼ ਕਰ ਲੈਣਗੇ ਸਾਰਾ ਕੁਝ। ਆਪਦੀ ਪਾਰਟੀ 'ਚ ਉਹਨਾਂ ਨੂੰ ਇਹ ਕਰਨਾ ਆਉਂਦਾ ਹੈ। ਉਹ ਜਨਮਾਨਸ 'ਤੇ ਕੋਈ ਬਹੁਤ ਵੱਡਾ ਅਸਰ ਨਹੀਂ ਪੈਣ ਲੱਗਿਆ, ਹੁਣ ਬਹੁਤ ਦੇਰ ਹੋ ਗਈ ਉਹਨਾਂ ਨੂੰ, ਔਰ ਉਹਨਾਂ ਦਾ ਵੈਸੇ ਵੀ ਹੱਕ ਹੈ, ਕਾਨੂੰਨੀ ਤਰੀਕੇ ਨਾਲ ਉਹਦਾ ਕੁਛ ਨਾ ਕੁਛ ਚਾਰਾਜੋਈ ਕਰ ਲੈਣਗੇ, ਉਹਦੇ ਵਿੱਚੋਂ ਛੱਡ ਸਕਦੇ ਨੇ, ਕੋਈ ਵੱਡੀ ਗੱਲ ਨਹੀਂ। ਮੈਨੂੰ ਤਾਂ ਲੱਗਦਾ ਸੀ ਮੋਰਚੇ 'ਚ, ਕਿਉਂਕਿ ਲਾਲਪੁਰਾ ਸਾਹਿਬ ਨੇ ਜਿਹੜੇ ਉਹ ਪੁਲਿਸ ਅਫਸਰ ਵੀ ਰਹੇ ਨੇ, ਉਹ ਮਿਨੋਰਟੀ ਕਮਿਸ਼ਨ ਦੇ ਵੀ ਨੇ, ਉਹ ਕਾਫੀ ਕੁਛ ਉੱਤੇ ਅੰਦਰ ਖਾਤੇ ਗੱਲਾਂ ਚੱਲ ਰਹੀਆਂ ਨੇ, ਤੇ ਇੱਥੇ ਰਿਹਾਈ ਦੀ ਤਿਆਰੀ ਵੀ ਆਲਮੋਸਟ ਹੋ ਗਈ ਸੀ ਜਦ ਇਹ ਮੋਰਚਾ ਲੱਗਿਆ ਸੀ, ਪਰ ਉਹ ਚਾਹੁੰਦੇ ਸੀ ਵੀ ਮੋਰਚਾ ਥੋੜ੍ਹਾ ਹੋਰ ਲੰਬਾ ਚੱਲੇ, ਉਹ ਚੱਲ ਰਿਹਾ। ਸੋ ਉਹਦੇ ਵਿੱਚ ਸਮਝੌਤਾ ਹੋਣਾ ਵੀ ਨਹੀਂ ਸੀ। ਇੱਕ ਵਾਰੀ ਉਹਨਾਂ ਨੇ ਥੋੜ੍ਹਾ ਜਿਹਾ ਇੱਥੇ ਡਾਂਗ ਸੋਟੇ ਵਾਲੀ ਗੱਲ ਕਰਨ ਦੀ ਕੋਸ਼ਿਸ਼ ਕਰੀ ਸੀ, ਉਹ 'ਚੋਂ ਫਿਰ ਮਾਰ ਖਾਧੇ ਸੀ, ਫਿਰ ਉਹਨਾਂ ਨੂੰ ਉਹ ਡਾਂਗ ਸੋਟੇ ਵਾਲਾ ਜਿਹੜਾ ਪਾਸਾ ਸੀ ਉਹ ਛੱਡਣਾ ਪਿਆ। ਇਹ ਆਪਾਂ ਨੂੰ ਦਿਖਦਾ ਹੀ ਹੈ। ਤੇ ਲੋਕ ਤਾਂ ਹੋਰ ਵੀ ਇੱਕ ਅੱਧੇ ਮੋਰਚੇ ਜਿਹੜੇ ਲੱਗੇ ਹੋਏ ਨੇ, ਉਹਦੇ 'ਚ ਉਹਨਾਂ ਦਾ ਇਨਵੋਲਵਮੈਂਟ ਕੇਂਦਰ ਦੀ ਆਪ ਪਾਰਟੀ ਦੇ ਖਿਲਾਫ, ਕਿਉਂਕਿ ਆਪ ਪਾਰਟੀ 'ਤੇ ਹਮਲਾ ਉਹ ਕਰ ਰਹੀ ਹੈ ਕੇਂਦਰ ਸਰਕਾਰ, ਇਹ 'ਚ ਕੋਈ ਸ਼ੱਕ ਨਹੀਂ ਹੈ। ਆਪ ਪਾਰਟੀ ਚੰਗੀ ਹੈ ਮਾੜੀ ਹੈ, ਮੈਂ ਇਸ 'ਚ ਨਹੀਂ ਜਾ ਰਿਹਾ। ਆਪ ਪਾਰਟੀ ਕਿਹੋ ਜਿਹਾ ਕੰਮ ਕਰ ਰਹੀ ਹੈ ਇਸ 'ਚ ਨਹੀਂ ਜਾ ਰਿਹਾ ਮੈਂ, ਪਰ ਇੱਕ ਗੱਲ ਪੱਕੀ ਹੈ ਵੀ ਇਹਨਾਂ 'ਤੇ ਹਮਲਾ ਤਾਂ ਕਰਿਆ ਹੀ ਜਾ ਰਿਹਾ ਹੈ, ਔਰ ਨਜਾਇਜ਼ ਹਮਲਾ ਵੀ ਕਰਿਆ ਜਾ ਰਿਹਾ ਹੈ। ਸੋ ਉਸ ਦੇ ਕਰਕੇ ਲੋਕ ਜਿਹੜੇ ਨੇ ਉਹ ਅਕਾਲੀ ਦਲ ਦੀ ਇਹ ਗੱਲ ਨਹੀਂ ਭੁੱਲਣਗੇ। ਅਕਾਲੀ ਦਲ ਦਾ ਸਿਰਫ ਆਪਦਾ ਵੋਟ ਆਊਗਾ, ਜਨਰਲ ਕਿਸਾਨੀ ਦੀ ਵੋਟ ਅਕਾਲੀ ਦਲ, ਜਨਰਲ ਬੰਦਿਆਂ ਨੇ ਇਹਨਾਂ ਨੂੰ ਉਸ ਤਰੀਕੇ ਨਾਲ ਵੋਟ ਨਹੀਂ ਪਾਉਣੀ, ਉਹ ਨਹੀਂ ਪਾਈ, ਪਹਿਲਾਂ ਵੀ ਨਹੀਂ ਪਾਈ। ਉਹ ਕੋਈ ਕਹੇ ਨਹੀਂ ਹੈ ਵੀ ਟੁੱਟਣ ਕਰਕੇ ਨਹੀਂ ਪਾਈ, ਕਿਉਂਕਿ ਜਿਹੜੀ 19 ਦੀ ਇਲੈਕਸ਼ਨ ਸੀ ਉਦੋਂ ਤਾਂ ਉਹ ਉਹਨਾਂ ਦੇ ਨਾਲ ਸੀਗੇ ਨਾ, ਤੇ ਉਦੋਂ ਤਾਂ ਕੋਈ ਕਿਸਾਨੀ 'ਚ ਉਹਦੇ ਆਕਰੋਸ਼ ਵੀ ਨਹੀਂ ਸੀ, ਕੋਈ ਮੋਰਚਾ ਵੀ ਨਹੀਂ ਸੀ। ਹੁਣ ਤਾਂ ਕਿਸਾਨੀ ਮੋਰਚੇ 'ਚ ਤਕੜੀ ਹੋ ਕੇ ਆਈ ਹੈ, ਬਲਕਿ ਇਹ ਤਾਂ ਬਿਨਾਂ ਨੂੰ ਠੀਕ ਕਹਿੰਦੇ ਰਹੇ ਨੇ, ਬਲਕਿ ਉਹਨਾਂ ਨੂੰ ਤਾਂ ਡਰ ਇਹ ਪੈ ਜਾਊਗਾ ਹੁਣ ਵੀ ਕਿਤੇ ਮੁੜ ਕੇ ਜਾ ਕੇ ਬਿਨਾਂ ਦਾ ਸਮਰਥਨ ਹੀ ਨਾ ਕਰ ਦੇਣ, ਦੁਬਾਰਾ ਕੀ ਕਰ ਨਹੀਂ ਸਕਦੇ। 370 ਦਾ ਇਹਨਾਂ ਨੇ ਆਲਰੇਡੀ ਕਰਿਆ ਹੀ ਸੀ, ਤੇ ਉਹ ਜੇ ਇਸ ਕਰਕੇ ਬੀਜੇਪੀ ਨੂੰ ਵੀ ਸਾਰੇ ਪਤਾ ਹੈ, ਕਿਸਾਨੀ ਨੂੰ ਇੰਨਾ ਪਤਾ, ਕਿਸਾਨੀ ਲੀਡਰਸ਼ਿਪ ਨੂੰ, ਵੀ ਇਹ ਸਮਰਥਨ ਉਹਨਾਂ ਦਾ ਕਰ ਸਕਦੇ ਨੇ। ਇਸ ਕਰਕੇ ਮੈਨੂੰ ਲੱਗਦਾ ਹੈ ਵੀ ਕਿਸਾਨੀ ਲੀਡਰਸ਼ਿਪ ਦਾ ਘੱਟੋ ਘੱਟ ਜਿਹੜੀ ਆਮ ਜਨਮਾਨਸ ਹੈ ਉਹ ਅਕਾਲੀ ਦਲ ਵੱਲੋਂ ਉਸ ਤਰੀਕੇ ਨਾਲ ਨਹੀਂ ਖਿੱਚਿਆ ਜਾਂਦਾ। ਉਹ ਤਾਂ ਪੰਜਾਬ ਦੇ ਜਨਮਾਨਸ ਦੀ ਇੱਕ ਮੈਂ ਦੇਖੀ ਹੈ ਜਿਹੜੀ ਇੰਨੀ ਉਮਰ 'ਚ, ਮੈਂ ਬਚਪਨ ਤੋਂ ਇੰਨਾ, ਚਾਹੇ ਪਿੰਡ 'ਚ ਹੈ, ਚਾਹੇ ਸ਼ਹਿਰ 'ਚ ਹੈ, ਚਾਹੇ ਜ਼ਿਲ੍ਹੇ 'ਚ ਹੈ, ਚਾਹੇ ਉਹ ਕਿਸੇ ਬਲਾਕ 'ਚ ਹੈ, ਚਾਹੇ ਉਹ ਸਟੇਟ ਲੈਵਲ 'ਤੇ ਹੈ, ਜਿੱਥੇ ਲੋਕ ਮੂਵਮੈਂਟ 'ਚ ਤੁਰ ਪਏ ਸਰਕਾਰ ਦਾ ਵਿਰੋਧ ਕਰਨ ਵਾਸਤੇ, ਇਨਸਾਫ ਵਾਸਤੇ, ਉੱਥੇ ਜਿਹੜੇ ਲੀਡਰ ਅੱਗੇ ਨੇ ਉਹਨਾਂ ਨੂੰ ਲੋਕ ਜਿਤਾ ਦਿੰਦੇ ਨੇ, ਚਾਹੇ ਉਹ ਪੰਚਾਇਤ ਦੀਆਂ ਚੋਣਾਂ ਹੋਣ, ਚਾਹੇ ਬਲਾਕ ਸੰਮਤੀ ਦੀਆਂ ਹੋਣ। ਬਲਾਕ ਸੰਮਤੀਆਂ ਪਹਿਲਾਂ ਵੀ ਹੁੰਦੀਆਂ ਸੀ, ਲੋਕਾਂ ਨੂੰ ਐਂ ਲੱਗਦਾ ਵੀ ਸ਼ਾਇਦ ਨਵੀਂ ਪੀੜ੍ਹੀ ਨੂੰ ਵੀ ਆ ਜਿਹੜਾ 73 74ਵੀਂ ਆ, ਉਦੋਂ ਪਹਿਲਾਂ ਵੀ ਬਲਾਕ ਸੰਮਤੀਆਂ ਹੁੰਦੀਆਂ ਸੀ, ਤੇ ਉਦੋਂ ਪਹਿਲਾਂ ਵੀ ਜ਼ਿਲ੍ਹਾ ਪ੍ਰੀਸ਼ਦਾਂ ਹੁੰਦੀਆਂ ਸੀ। ਸੋ ਉਹ ਜਿਹੜੀ ਮਰਜ਼ੀ ਚੋਣ ਹੋਵੇ ਉੱਥੇ ਲੋਕ ਜਿਤਾ ਦਿੰਦੇ ਹੁੰਦੇ ਨੇ। ਤੇ ਜਿਹੜੇ ਮੋਰਚੇ 'ਚ ਜਥੇਦਾਰ ਮੋਹਨ ਸਿੰਘ ਤੁਰ ਜੇਲ੍ਹ ਦੇ ਵਿੱਚ ਸੀਗੇ, ਤੇ 37 ਵੋਟਾਂ ਤੇ ਕੈਰੋਂ ਜਿੱਤਿਆ ਸੀ, ਉਹ ਵੀ ਇਹ ਕਿਹਾ ਜਾ ਰਿਹਾ ਵੀ ਹੇਰਾਫੇਰੀ ਨਾਲ ਜਿੱਤਿਆ ਸੀ। ਮੁੱਖ ਮੰਤਰੀ ਸੀ ਕੈਰੋਂ ਉਸ ਵਕਤ ਪੰਜਾਬ ਦਾ।
ਸੋ ਇੰਨਾ ਕੰਮ ਨਹੀਂ ਹੈ। ਲੋਕ ਪੰਜਾਬ ਦੇ ਨਾ ਜਿਹੜੀ ਮੂਵਮੈਂਟ ਹੈ ਉਹਦੇ ਬੜੇ ਫੈਨ ਨੇ, ਔਰ ਉਹਨਾਂ ਨੂੰ ਪਤਾ ਕਿ ਮੂਵਮੈਂਟ ਹੀ ਸਾਡੀ ਕਿਸਮਤ ਨੂੰ ਬਦਲਦੀ ਹੈ। ਮੁਜ਼ਾਹਰਾ ਲਹਿਰ ਹੋਈ ਤਾਂ ਹੀ ਲੋਕਾਂ ਨੂੰ ਜ਼ਮੀਨਾਂ ਮਿਲੀਆਂ ਸੀ, ਆਪੇ ਥੋੜ੍ਹੋ ਕਿਸੇ ਨੇ ਪਰੋਸ ਕੇ ਦਿੱਤੀਆਂ। ਸੋ ਇਸ ਕਰਕੇ ਮੈਨੂੰ ਇਹ ਲੱਗਦਾ ਵੀ ਜੇ ਤਾਂ ਅਕਾਲੀ ਕਿਸੇ ਮੂਵਮੈਂਟ 'ਚ ਵਹਿੰਦੇ ਤਾਂ ਠੀਕ ਹੈ। ਅਕਾਲੀਆਂ ਦਾ ਲੋਕ ਕੋਈ ਬਹੁਤਾ ਵਿਸ਼ਵਾਸ ਨਹੀਂ ਕਰਨਗੇ, ਬਲਕਿ ਉਹਨਾਂ ਨੂੰ ਇਹ ਹੋ ਜਾਊਗਾ ਵੀ ਸਾਡੀ ਗੱਲ ਤਾਂ ਸੱਚੀ ਹੋ ਗਈ ਯਾਰ, ਪਹਿਲਾਂ ਵੀ ਇਹ ਇਹੀ ਕਰਦੇ ਸੀ, ਹੁਣ ਵੀ ਇਹੀ ਕਰ ਰਹੇ ਨੇ। ਸੋ ਕੋਈ ਬਹੁਤਾ ਨਾ ਬੀਜੇਪੀ ਨੂੰ ਨਾ ਅਕਾਲੀ ਨੂੰ, ਠੀਕ ਹੈ ਇਕੱਠੇ ਹੋਣਗੇ ਤਾਂ ਕੋਈ ਤਾਂ ਫਰਕ ਪਊਗਾ। ਬੀਜੇਪੀ ਦੀ ਕੋਸ਼ਿਸ਼ ਹੀ ਹੈ ਵੀ ਅਸੀਂ ਪੰਜਾਬ 'ਤੇ ਕਬਜ਼ਾ ਕਰੀਏ, ਔਰ ਕਿਉਂਕਿ ਆਪ ਪਾਰਟੀ ਦੀ ਪਰਫਾਰਮੈਂਸ ਦੇ ਉੱਤੇ ਡਿਪੈਂਡ ਕਰਦਾ। 4 ਸਾਲ ਇਹਨਾਂ ਕੋਲ ਪੌਣੇ 4 ਸਾਲ ਪਏ ਨੇ, ਪਰ ਮੈਨੂੰ ਲੱਗਦਾ ਨਹੀਂ ਜਿੱਦਾਂ ਚੱਲ ਰਹੇ ਨੇ ਉਹੀ ਜੀ ਇਹ ਉਹ ਲੋਕਾਂ ਨੂੰ ਦੇ ਦੇਣਗੇ। ਹਾਲਾਂਕਿ ਇਹਨਾਂ ਨੇ ਕਾਫੀ ਕੰਮ ਕਰੇ ਵੀ ਨੇ। ਜਿਹੜੇ ਲੋਕ ਜਿਹੜੇ ਵਿਰੋਧੀ ਨੇ ਤਾਂ ਬਹੁਤ ਕੁਝ ਕਹਿੰਦੇ ਨੇ, ਉਹ ਤਾਂ ਹਰੇਕ ਗੱਲ ਨੂੰ ਹੀ ਨਾ ਕਰਦੇ ਨੇ। ਇਹਨਾਂ ਨੇ ਕੁਝ ਕੰਮ, ਹੁਣ ਟੋਲ ਪਲਾਜ਼ਿਆਂ ਦੀ ਗੱਲ ਹੈ ਕਿ ਉਹ ਹੁਣ ਕਹਿੰਦੇ ਜੀ ਇਹ ਤਾਂ ਸਾਡੇ ਪ੍ਰੈਸ਼ਰ ਕਰਕੇ, ਨਹੀਂ ਤਾਂ 25 ਨੂੰ ਬੰਦ ਹੋਣਾ ਸੀ, ਇਹ ਸਾਡਾ 7 ਨੂੰ ਬੰਦ ਕਰ ਰਹੇ ਨੇ। ਜਿਹਨੇ ਵਿਰੋਧ ਕਰਨਾ ਉਹਨੇ ਤਾਂ ਇਹ ਕਹਿਣਾ, ਉਹ ਤਾਂ ਕਹਿੰਦੇ ਵੀ ਜੋ ਮਰਜ਼ੀ ਕਹਿ ਦੇਣ, ਠੀਕ ਹੈ। ਉਹ ਤਾਂ ਕਹਿ ਦੇਣਗੇ ਤੇਰੀ ਤਾਂ ਦਾੜੀ ਦਾ ਵਾਲ ਇੱਕ ਖਿਲਰਿਆ ਹੋਇਆ, ਇਸ ਕਰਕੇ ਤੂੰ ਤਾਂ ਸਿਆਣਾ ਨਹੀਂ ਹੈ। ਕਹਿਣ ਨੂੰ ਕੀ ਹੈ, ਜੋ ਮਰਜ਼ੀ ਕਹਿ ਲਓ। ਪਰ ਇਹ ਹੁਣ ਟੋਲ ਪਲਾਜ਼ੇ ਪਹਿਲਾਂ ਨਾ ਬੰਦ ਹੋ ਗਏ, ਹੁਣ ਕਿਉਂ ਬੰਦ ਹੋਏ ਨੇ, ਕੋਈ ਤਾਂ ਦੱਸੇ। ਇਹ ਗੱਲਾਂ ਨੂੰ, ਜਿਹੜੀਆਂ ਗੱਲਾਂ ਉਹ ਕਰ ਰਹੇ ਨੇ, ਉਹਨਾਂ ਨੂੰ ਆਪਾਂ ਨੂੰ ਇਹ ਵੀ ਤਾਂ ਦੇਖਣਾ ਪਊਗਾ ਨਾ। ਉਹ ਕਹਿੰਦੇ ਜੀ ਕਰਜ਼ਾ ਲੈ ਕੇ ਪੈਸੇ ਦੇ ਰਹੇ ਨੇ, ਪਹਿਲਾਂ ਨੇ ਕਰਜ਼ਾ ਲੈ ਕੇ ਤਾਂ ਪਹਿਲੇ ਵੀ ਲੈਂਦੇ ਰਹੇ ਨੇ, ਫਿਰ ਉਹ ਲੋਕਾਂ ਨੂੰ ਦਿੱਤਾ ਕਿਉਂ ਨਹੀਂ ਰਾਹਤ। ਅਗਲੀ ਗੱਲ, ਕਾਂਗਰਸ ਨੇ ਬੱਸਾਂ ਸਫ਼ਰ ਮੁਫਤ ਕਰਿਆ ਸੀ, ਉਹਨੂੰ ਕਿਉਂ ਨਹੀਂ ਹੁਣ ਵੀ ਕ੍ਰਿਟੀਸਾਈਜ਼ ਕਰਦੇ। ਫਿਰ ਅਕਾਲੀਆਂ ਨੇ ਬੜਾ ਕੁਝ ਕਰਿਆ ਸੀ। ਸੋ ਇਹ ਫ੍ਰੀ ਬੀਜ ਦਾ ਜਿਵੇਂ ਉਹ ਜਿਹਾ ਇਹਨਾਂ ਦਾ ਸਾਰਿਆਂ ਦਾ ਸਟੈਂਡ ਹੈ ਮੋਦੀ ਸਾਹਿਬ ਵਾਲਾ ਹੀ, ਵੀ ਆਪ ਦੇਈ ਜਾਓ, ਦੂਜਿਆਂ ਨੂੰ ਕੋਈ ਫ੍ਰੀ ਬੀਜ ਨੇ। ਲੋਕਾਂ ਜਿੰਨਾ ਟੈਕਸ ਲੋਕ ਦੇ ਰਹੇ ਨੇ ਉਹਨਾਂ ਹਿੱਸਾ ਉਹਨਾਂ ਨੂੰ ਮਿਲ ਨਹੀਂ ਰਿਹਾ ਸਾਰੇ ਕਾਸੇ 'ਚ। ਇਹ ਠੀਕ ਹੈ ਵੀ ਜਿਹੜੀ ਵੀ ਤੁਸੀਂ ਸਬਸਿਡੀ ਦੇਣੀ ਹੈ, ਜਿਹੜੀ ਸਹਾਇਤਾ ਦੇਣੀ ਹੈ, ਉਹ ਕਮਜ਼ੋਰ ਨੂੰ ਦੇਣੀ ਚਾਹੀਦੀ ਹੈ। ਜਿੱਥੇ ਰੱਜੀ ਧੀ ਨੂੰ ਨਹੀਂ ਦੇਈਦਾ, ਭੁੱਖੀ ਨੂੰਹ ਨੂੰ ਦੇ ਦੇਈਦਾ। ਜਿਹਨੂੰ ਲੋੜ ਆ ਉਹਨੂੰ ਦੇਣਾ ਚਾਹੀਦਾ। ਇਹ ਪਾਲਿਸੀ ਬਣਾਉਣੀ ਚਾਹੀਦੀ ਹੈ। ਇਹ ਹੁਣ ਸਮਾਂ ਦੱਸੇਗਾ। 2024 ਦੀ ਚੋਣ ਦੇ ਉੱਤੇ ਵੀ ਅਜੇ ਕਾਫੀ ਕਿੰਤੂ ਪਰੰਤੂ ਹੈਗੇ ਨੇ। ਇਸ ਗੱਲ ਦੇ ਬਾਵਜੂਦ ਕਿ ਬੀਜੇਪੀ ਆਪਦਾ ਪੂਰਾ ਜ਼ੋਰ ਲਾ ਰਹੀ ਹੈ, ਪੂਰਾ ਸਾਮ-ਦਾਮ ਦੰਡ ਭੇਦ ਵਰਤ ਰਹੀ ਹੈ, ਤੇ ਕਾਂਗਰਸ ਤੇ ਉਹਦੇ ਅਲਾਈਜ਼ ਆਪਦੇ ਤਰੀਕੇ ਨਾਲ ਚੱਲ ਰਹੇ ਨੇ। ਤੇ ਉਹਦੇ ਵਿੱਚ ਇੱਕੋ ਗੱਲ ਹੈ ਵੀ ਉਹ ਜਿਹੜੇ ਹੈਗਾ ਬੀਜੇਪੀ ਆਪਦੇ ਵੱਲੋਂ ਜਿਹੜੀ ਗੋਟੀਆਂ ਨੇ ਇਸ ਤਰੀਕੇ ਨਾਲ ਖੇਡ ਰਹੀ ਹੈ ਵੀ ਅੱਜ ਇੱਕ ਟੁੱਟ ਗਿਆ, ਕੱਲ ਨੂੰ ਫਿਰ ਦੂਜਾ ਟੁੱਟ ਗਿਆ, ਕੱਲ ਨੂੰ ਤੀਜਾ ਟੁੱਟ ਗਿਆ, ਤਾਂ ਕਿ ਪਹਿਲਾਂ ਮਿਲਗੋ ਵਿੱਚ ਭੇਜ ਦਿਓ, ਫਿਰ ਟੁੱਟਣੇ ਸ਼ੁਰੂ ਕਰੇ। ਕਿਸਾਨ ਅੰਦੋਲਨ ਕਰਿਆ ਸੀ ਇਹਨਾਂ ਨੇ, 2-3 ਕਿਸਾਨ ਜਥੇਬੰਦੀਆਂ ਇੱਦਾਂ ਹੀ ਬਣ ਕੇ ਉਹਨਾਂ ਦੇ ਨਾਲ ਰਲ ਗਈਆਂ। ਫਿਰ ਜਦ ਉਹਨਾਂ ਨੇ 26 ਜਨਵਰੀ ਤੋਂ ਬਾਅਦ ਕਹਿੰਦੇ ਜੀ ਅਸੀਂ ਤਾਂ ਟੁੱਟ ਗਏ, ਅੱਜ ਤਾਂ ਛੱਡਤਾ ਜੀ, ਉਹ ਸਾਰੇ ਛੱਡਣ ਵਾਲੇ ਕਿਧਰੇ ਰਹਿ ਗਏ, ਕਿਸਾਨ ਫਿਰ ਜਿੱਤ ਗਏ। ਇਹ ਟੈਕਟਿਕ ਹੁੰਦਾ ਹੈ। ਮੈਂ ਟ੍ਰੇਡ ਯੂਨੀਅਨ ਲੀਡਰ ਹਾਂ, ਅਸੀਂ ਇਹ ਟੈਕਟਿਕ ਨਹੀਂ ਅਪਣਾਉਂਦੇ ਸੀ, ਪਰ ਸਾਨੂੰ ਪਤਾ ਹੁੰਦਾ ਸੀ ਵੀ ਆਹ ਬੰਦੇ ਉਹਨਾਂ ਨੇ ਭੇਜੇ ਨੇ, ਸਾਡੇ 'ਚ ਭੇਜੇ ਨੇ, ਇਸ ਕਰਕੇ ਕਿ ਬਾਅਦ 'ਚ ਟੁੱਟਣਗੇ ਤੇ ਫਿਰ ਉਹ ਕਹਿਣਗੇ ਦੇਖੋ ਜੀ ਇਹਨਾਂ ਨੂੰ ਤਾਂ ਬੰਦੇ ਟੁੱਟ ਗਏ। ਆ ਗੱਲ ਹੈ। ਸੋ ਮੈਨੂੰ ਲੱਗਦਾ ਹੈ ਪੰਜਾਬ ਦੇ ਵਾਸਤੇ ਅੱਜ ਇੱਕ ਅੰਦੋਲਨ ਦੀ ਲੋੜ ਹੈ। ਉਹ ਜਿਹੜਾ ਮਰਜ਼ੀ ਕਰ ਰਿਹਾ, ਆਪ ਪਾਰਟੀ ਵੀ ਕਰ ਸਕਦੀ ਹੈ ਅੰਦੋਲਨ, ਕੇਂਦਰ ਦੇ ਖਿਲਾਫ ਕਰ ਲੈ। ਰੋਜ਼ ਕੇਂਦਰ ਨੂੰ ਤੰਗ ਕਰਦਾ, ਇਹ ਅੰਦੋਲਨ ਨਹੀਂ ਕਰਦੇ। ਆਪ ਪਾਰਟੀ ਅੰਦੋਲਨ ਲਾਂਚ ਕਰ ਸਕਦੀ ਹੈ। ਜੇ ਆਪ ਪਾਰਟੀ ਅੰਦੋਲਨ ਲਾਂਚ ਕਰ ਜੇ 13 ਸੀਟਾਂ ਇਹ ਹੋ ਸਕਦੀ ਹੈ ਇੱਥੋਂ, ਕੋਈ ਖਾਸ ਗੱਲ ਨਹੀਂ ਹੈ। ਅੰਦੋਲਨ ਲਾਂਚ ਨਹੀਂ ਕਰਦੇ। ਅੰਦੋਲਨ ਜਿਹੜਾ ਲਾਂਚ ਕਰੂਗਾ ਉਹਨੂੰ ਬੈਨੀਫਿਟ ਹੋਏਗਾ ਡੈਫੀਨਿਟਲੀ। ਸ਼ੁਕਰੀਆ ਡਾਕਟਰ ਸਾਹਿਬ, ਧੰਨਵਾਦ ਤੁਹਾਡਾ। ਸ਼ੁਕਰੀਆ ਜੀ।